ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਾਰੇ ਗੁਰਮੁਖ ਜਨੋ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੋ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਰੋਜ਼ ਅਸੀਂ ਲਾਉਂਦੇ ਹਾਂ, ਸਾਰਿਆਂ ਨੂੰ ਜੀ ਆਇਆਂ। ਪਿਛਲੇ ਹਫ਼ਤੇ ਅਸੀਂ ਸਿੱਖ ਰਹਿਤ ਮਰਿਆਦਾ ਦਾ ਵਿਸ਼ਾ ਸ਼ੁਰੂ ਕੀਤਾ ਹੈ। ਸਿੱਖ ਰਹਿਤ ਮਰਿਆਦਾ ਦਾ ਪਿਛੋਕੜ ਕੀ ਹੈ, ਇਤਿਹਾਸ ਕੀ ਹੈ। ਲਗਭਗ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਜੋਤੀ ਜੋਤ ਸਮਾਉਣ ਤੋਂ ਬਾਅਦ ਪੰਥਕ ਹਾਲਾਤਾਂ ਵਿੱਚੋਂ ਨਿਕਲਦੇ ਹੋਏ, ਗੁਜ਼ਰਦੇ ਹੋਏ, ਕਿਹਨਾਂ ਹਾਲਾਤਾਂ ਵਿੱਚ ਗੁਰਦੁਆਰਿਆਂ ਦੇ ਉੱਤੇ ਉਦਾਸੀਆਂ, ਨਿਰਮਲਿਆਂ, ਮਹੰਤਾਂ ਦੇ ਕਬਜ਼ੇ ਹੋਏ। ਗੁਰੂ ਕਾਲ ਤੋਂ ਬਾਅਦ ਕਿਵੇਂ ਸਿੱਖ ਪਰੰਪਰਾਵਾਂ ਵਿੱਚ ਮਿਲਾਵਟਾਂ ਆਈਆਂ, ਕਿਵੇਂ ਸਿੱਖ ਮਰਿਆਦਾ ਦਾ ਘਾਣ ਕੀਤਾ ਗਿਆ। ਫਿਰ ਪੰਥ ਜਦੋਂ ਜਾਗਰਤੀ ਆਈ, ਇਹ ਕੁਝ ਵਿਚਾਰਾਂ ਅਸੀਂ ਪਿਛਲੇ 2 ਲੈਕਚਰਾਂ ਵਿੱਚ ਕਰ ਚੁੱਕੇ ਹਾਂ। 1910 ਤੋਂ ਲੈ ਕੇ 1932 ਜਾਂ 1933 ਦੇ ਦਸੰਬਰ ਤੱਕ ਅਸੀਂ ਵਿਚਾਰ ਕਰ ਲਏ ਸੀ। ਅੱਜ ਜੋ ਮੀਟਿੰਗ 31 ਦਸੰਬਰ 1933 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ, ਇਹ ਇੱਕ ਅਹਿਮ ਮੀਟਿੰਗ ਸੀ। ਪਰ ਜੇ ਇਹ ਮੰਨ ਲਿਆ ਜਾਵੇ ਕਿ ਸਰਬੱਤ ਖਾਲਸੇ ਦਾ ਅਸਲੀ ਜੋ ਸਰੂਪ ਸੀ ਇਸ ਮੀਟਿੰਗ ਵਿੱਚ ਦੇਖਣ ਨੂੰ ਮਿਲਿਆ, ਜੇ ਇਸ ਗੱਲ ਨੂੰ ਅਸੀਂ ਸਮਝ ਲਈਏ, ਮੰਨ ਲਈਏ। ਇਸ ਮੀਟਿੰਗ ਦੇ ਆਰੰਭ ਵਿੱਚ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਜੀ ਅਤੇ ਕਨਵੀਨਰ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਇੱਕ ਵਾਰੀ ਫੇਰ ਮੀਟਿੰਗ ਦੀ ਕਾਰਵਾਈ ਦਾ ਤਰੀਕਾ ਸਮਝਾਇਆ, ਪਰ ਨਾਲ ਹੀ ਇੱਕ ਅਪੀਲ ਕੀਤੀ ਵੀ ਕੇਵਲ ਲੈਕਚਰ ਦੇਣ ਦੀ ਖਾਸ਼ ਨਹੀਂ ਹੋਣੀ ਚਾਹੀਦੀ, ਕੁਝ ਮੁੱਦੇ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਥੋੜੇ ਸ਼ਬਦਾਂ ਵਿੱਚ ਕਹਿ ਕੇ ਆਪਣੀ ਗੱਲ ਜਾਂ ਮੁੱਦਿਆਂ ਨੂੰ ਕੌਮ ਦੇ ਸਾਹਮਣੇ ਰੱਖ ਦੇਣਾ ਚਾਹੀਦਾ ਹੈ, ਨਾ ਕਿ ਲੰਬੇ ਲੰਬੇ ਲੈਕਚਰ ਕਰਨੇ। ਇਹ ਗੱਲ ਸਾਨੂੰ ਸਿੱਖਣੀ ਚਾਹੀਦੀ ਹੈ। ਜਿਹੜੀ ਚੀਜ਼ ਪ੍ਰੋਫੈਸਰ ਤੇਜਾ ਸਿੰਘ ਜੀ ਨੇ, ਕਨਵੀਨਰ ਅਤੇ ਸਾਹਿਬ ਪ੍ਰਤਾਪ ਸਿੰਘ ਜੀ ਨੇ ਉਦੋਂ ਇਹ ਗੱਲ ਕਹੀ, ਸਾਨੂੰ ਅੱਜ ਤੱਕ ਮੀਟਿੰਗਾਂ ਵਿੱਚ ਬੈਠ ਕੇ ਵੀ ਆਪਣੀ ਗੱਲ ਕਰਨ ਦਾ ਪਤਾ ਨਹੀਂ ਲੱਗਾ ਅਸੀਂ ਗੱਲ ਕਿਵੇਂ ਕਰਨੀ ਹੈ। ਇੱਕ ਗੱਲ ਜਿਹੜੀ ਹੋ ਜਾਂਦੀ ਹੈ, ਦੂਜਾ ਬੁਲਾਰਾ ਉਹਨੂੰ 4-5 ਵਾਰੀ ਫਿਰ ਰਿਪੀਟ ਕਰ ਦਿੰਦਾ, ਔਰ ਸਮੇਂ ਦੀ ਇਹ ਕਹਿ ਲਈਏ ਕਿ ਵਰਤੋਂ ਜਾਂ ਦੁਰਵਰਤੋਂ ਅਸੀਂ ਕਰਦੇ ਹਾਂ ਜਦੋਂ ਸਮਾਂ ਸਾਨੂੰ ਮਿਲ ਜਾਂਦਾ ਹੈ। ਇੱਥੋਂ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਬੋਲਣਾ ਕਿਵੇਂ ਹੈ, ਆਪਣੀ ਗੱਲ ਨੂੰ ਕਿਵੇਂ ਸੰਖੇਪ ਰੱਖਣਾ, ਪਰ ਸੰਖੇਪ ਰੱਖ ਕੇ ਭਾਵ ਕਿਵੇਂ ਸ਼ਬਦਾਂ ਦੇ ਵਿੱਚ, ਛੋਟੇ ਸ਼ਬਦਾਂ ਵਿੱਚ ਵੱਡੀ ਚੀਜ਼ ਨੂੰ ਬਿਆਨ ਕਿਵੇਂ ਕਰਨਾ, ਜਾਂ ਕੁੱਜੇ 'ਚ ਸਮੁੰਦਰ ਕਿਵੇਂ ਬੰਦ ਕਰਨਾ ਹੈ, ਇਹ ਗੱਲ ਸਾਨੂੰ ਸਿੱਖਣੀ ਚਾਹੀਦੀ ਹੈ। ਪ੍ਰੋਫੈਸਰ ਤੇਜਾ ਸਿੰਘ ਜੀ ਨੇ ਸਖਸ਼ੀ ਰਹਿਣੀ ਦਾ ਪਹਿਲਾ ਹਿੱਸਾ ਨਾਮ ਬਾਣੀ ਦਾ ਅਭਿਆਸ ਪੜ੍ਹਨਾ ਸ਼ੁਰੂ ਕੀਤਾ, ਜੋ ਰਾਵਾਂ ਆ ਚੁੱਕੀਆਂ ਸਨ। ਹੁਣ ਰਹਿਤ ਮਰਿਆਦਾ ਦੀ ਆਲਮੋਸਟ ਬੰਤਰ ਦੀ ਗੱਲ ਚੱਲ ਰਹੀ ਹੈ। ਇਸ ਦਾ ਪਹਿਲਾ ਇੱਕ ਪੜ੍ਹ ਕੇ ਸੁਣਾਇਆ, ਜਿਹਦੇ ਵਿੱਚ ਲਿਖਿਆ ਸੀ, ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ। ਮੈਂ ਲਫ਼ਜ਼ ਇਹਨਾਂ ਵੇਲੇ ਉਹ ਪੜ੍ਹ ਰਿਹਾ ਤਦ ਕਿ ਆਪ ਜੀ ਨੂੰ ਇਹਦੇ 'ਚ ਪਤਾ ਲੱਗੇ ਕਿੰਨੀ ਮਿਹਨਤ ਕੀਤੀ ਹੈ ਸਾਡੇ ਇਹਨਾਂ ਬਜ਼ੁਰਗਾਂ ਨੇ, ਇਹਨਾਂ ਸਾਡੇ ਵਡੇਰਿਆਂ ਨੇ ਰਹਿਤ ਮਰਿਆਦਾ ਨੂੰ ਬਣਾਉਣ ਲਈ, ਜਿਹਨੂੰ ਅਸੀਂ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਕਹਿ ਕੇ ਹੀ ਰੱਦ ਕਰ ਦਿੰਦੇ ਹਾਂ। ਪਹਿਰ ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ,
ਜਾ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਧਰਦਾ ਹੋਇਆ ਨਾਮ ਜਪੇ। ਇਹ ਪਹਿਲੀ ਮੱਦ ਉਹਨਾਂ ਨੇ ਪੇਸ਼ ਕੀਤੀ ਵੀ ਇਹਦੇ 'ਚ ਹੁਣ ਵਿਚਾਰ ਕਰਨੀ ਹੈ। ਇਸ ਦੇ ਉੱਤੇ ਸਰਦਾਰ ਗੁਰਬਖਸ਼ ਸਿੰਘ ਜੀ ਦੀ ਪਤਨੀ ਸਰਦਾਰ ਅਮਰੀਕ ਸਿੰਘ ਜੀ ਅਤੇ ਸਰਦਾਰ ਗੁਰਚਰਨ ਸਿੰਘ ਜੀ ਨੇ ਸੋਧ ਪੇਸ਼ ਕੀਤੀ। ਇੱਕ ਲਾਈਨ ਦੇ ਵਿੱਚ ਹੀ ਜਿਹੜੀ ਸੀ ਉਹ ਸੋਧ ਪੇਸ਼ ਕੀਤੀ ਗਈ। ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਪਹਿਰ ਰਾਤ ਰਹਿੰਦੀ ਸ਼ਬਦ ਜਿਹੜਾ ਹੈ ਕੱਢ ਦੇਣਾ ਚਾਹੀਦਾ ਹੈ। ਇਸ ਤਰਮੀਮ ਦੀ ਵਿਰੋਧਤਾ ਵੀ ਹੋਈ, ਮਾਫ ਕਰਨਾ ਜੀ। ਫਿਰ ਰੋਹ ਰੀਤੀ ਸਬ ਕਮੇਟੀ ਦੀ ਰਾਏ ਨੂੰ ਮੁੱਖ ਰੱਖ ਕੇ ਇਹ ਵਾਪਸ ਲੈ ਲਈ ਗਈ। ਭਾਵ ਇਹ ਪਹਿਰ ਰਾਤ ਰਹਿੰਦੀ ਲਫ਼ਜ਼ ਉਹਦੇ ਵਿੱਚੋਂ ਕੱਢ ਦਿੱਤੇ ਗਏ। ਇਸ ਦੇ ਨਾਲ ਹੀ ਇਸ ਮੱਧ ਵਿੱਚ ਇੱਕ ਹੋਰ ਸਰਦਾਰ ਗੁਰਬਖਸ਼ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਸਰਦਾਰ ਸਰਮੁਖ ਸਿੰਘ ਜੀ ਚਮਕ ਵੱਲੋਂ ਇੱਕ ਗੱਲ ਤਰਮੀਮ ਪੇਸ਼ ਹੋਈ ਕਿ ਨਾਮ ਜਪੇ ਦੀ ਥਾਂ ਤੇ ਵਾਹਿਗੁਰੂ ਦਾ ਨਾਮ ਜਪੇ ਕਰਨਾ ਚਾਹੀਦਾ ਹੈ। ਤਾਂ ਇਹ ਤਰਮੀਮ ਸਰਬਸੰਮਤੀ ਨਾਲ ਉਦੋਂ ਪਾਸ ਹੋ ਗਈ। ਇਹ ਗੱਲ 31 ਦਸੰਬਰ 1933 ਦੀ ਹੈ, ਜਦੋਂ ਇਹ ਗੱਲ ਪੰਥ ਨੇ ਪਾਸ ਕੀਤੀ। ਇਸ ਤੋਂ ਪਹਿਲਾਂ ਕੋਈ ਵਿਧਾਨ ਨਹੀਂ ਸੀ ਜਾਂ ਮਰਿਆਦਾ ਨਹੀਂ ਸੀ ਕੋਈ ਵੀ ਸਿੱਖ ਨੇ ਸਵੇਰੇ ਉੱਠ ਕੇ ਕੇਵਲ ਕੋਈ ਵਾਹਿਗੁਰੂ ਹੀ ਕਹਿਣਾ ਹੈ, ਨਾਮ ਸਤਨਾਮ ਜਾਂ ਹੋਰ ਕਿਸੇ ਨਾਲ ਵੀ ਕਰ ਸਕਦਾ ਸੀ। ਪਰ ਇਹ ਮਰਿਆਦਾ ਦੀ ਤਰਮੀਮ ਜਿਹੜੀ ਸੀ 1933 ਦੇ ਵਿੱਚ 31 ਦਸੰਬਰ ਦੀ ਮੀਟਿੰਗ ਜੋ 12:30 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ੁਰੂ ਹੋਈ, ਔਰ ਜਿਹਦੇ ਵਿੱਚ ਅਸਲ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਇਸ ਮੀਟਿੰਗ ਹੀ ਅਸਲੀ ਪੰਥਕ ਮੁੱਦਿਆਂ ਦੇ ਵਿਚਾਰਨ ਵਾਲੀ ਮੀਟਿੰਗ। ਫਿਰ ਖਰੜੇ ਦਾ ਦੂਜਾ ਅੰਕ ਪੇਸ਼ ਕੀਤਾ ਗਿਆ। ਇਹ ਸੀ ਨਿਤਨੇਮ ਦਾ ਪਾਠ ਕਰੇ। ਨਿਤਨੇਮ ਦੀਆਂ ਬਾਣੀਆਂ ਇਹ ਹਨ: ਜਪ, ਜਾਪ ਅਤੇ ਸਵਈਏ। ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ। ਫਿਰ ਸੀ ਸੋਧ ਰਹਿਰਾਸ, ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ ਆਦਿ। ਇੱਥੇ ਗਿਆਨੀ ਰਤਨ ਸਿੰਘ ਜੀ ਜਾਂ ਹੋਰ ਕੁਝ ਬੁਲਾਰਿਆਂ ਨੇ, ਇੱਥੇ ਮੈਂ ਜ਼ਰੂਰੀ ਇਸ ਗੱਲ ਨੂੰ ਤਾਂ ਦੱਸਣਾ ਚਾਹੁੰਦਾ ਹਾਂ ਇਸ ਕਵਿਓਬਾਜ ਬੇਨਤੀ ਦਾ ਸਰੂਪ ਕਦੋਂ ਸ਼ਾਮਲ ਹੋਇਆ। ਇੱਥੇ ਗਿਆਨੀ ਰਤਨ ਸਿੰਘ ਜੀ, ਸਰਦਾਰ ਨਿਰੰਜਨ ਸਿੰਘ ਜੀ, ਸਰਦਾਰ ਸੁਰਮੁਖ ਸਿੰਘ ਜੀ ਚਮਕ, ਅਮਰੀਕ ਸਿੰਘ ਜੀ ਆਦਿ ਸੱਜਣਾ ਨੇ ਪੇਸ਼ ਕੀਤਾ ਕਿ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹਨੀਆਂ ਚਾਹੀਦੀਆਂ ਹਨ, ਜ਼ਰੂਰੀ ਹਨ। 3 ਬਾਣੀਆਂ ਜੋ ਖਰੜੇ ਵੀ ਦਿੱਤੀਆਂ ਗਈਆਂ ਹਨ, ਤੇ ਚੌਥੀ ਹਮਰੀ ਕਰੋ ਹਾਥ ਦੇ ਰੱਛਾ ਤੋਂ ਲੈ ਕੇ ਦੁਸ਼ਟ ਦੋਖ ਤੇ ਲਿਓ ਬਚਾਈ ਤੱਕ, ਅਤੇ 5ਵੀਂ ਆਨੰਦ ਸਾਹਿਬ 40 ਪੌੜੀਆਂ ਵਾਲਾ। ਇਹ ਇਹਨਾਂ ਨੇ ਸੁਝਾਅ ਉਹਦੇ ਵਿੱਚ ਦਿੱਤੇ। ਦੂਜੇ ਪਾਸੇ ਸਰਦਾਰ ਗੰਗਾ ਸਿੰਘ ਜੀ, ਪ੍ਰੋਫੈਸਰ ਤੇਜਾ ਸਿੰਘ ਜੀ, ਭਾਈ ਕਾਹਨ ਸਿੰਘ ਜੀ ਨਾਭਾ, ਗਿਆਨੀ ਨਾਹਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਕਰਤਾਰ ਸਿੰਘ ਜੀ, ਗੁਰਪਾਲ ਸਿੰਘ ਜੀ ਆਦਿ ਹੋਰ ਸੱਜਣਾ ਨੇ ਪੁਰਾਤਨ ਮਰਿਆਦਾ ਅਨੁਸਾਰ ਜੋ ਪੁਰਾਣੇ ਗੁਟਕਿਆਂ ਵਿੱਚ 5 ਗ੍ਰੰਥੀਆਂ ਵਿੱਚ ਸੂਰਜ ਪ੍ਰਕਾਸ਼, ਮਹਿਮਾ ਪ੍ਰਕਾਸ਼ ਵਿੱਚ ਦਰਜ ਸੀ, 3 ਬਾਣੀਆਂ ਅੰਮ੍ਰਿਤ ਵੇਲੇ ਪੜ੍ਹੀਆਂ ਜਾਣੀਆਂ ਹੀ ਚਾਹੀਦੀਆਂ ਹਨ, ਅਤੇ ਚੌਪਈ ਦੇ 6 ਪੌੜੀਆਂ ਦਾ ਆਨੰਦ ਸਾਹਿਬ ਸੋਧਰ ਨਾਲ ਸ਼ਾਮ ਨੂੰ ਪੜ੍ਹੇ ਜਾਣੇ ਚਾਹੀਦੇ ਹਨ। ਇੱਥੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਪਰ ਸਰਦਾਰ ਨਰਿੰਦਰ ਸਿੰਘ ਜੀ ਕੰਧੋਲਾ, ਉਹਨਾਂ ਨੇ 40 ਪੌੜੀਆਂ ਆਨੰਦ ਸਾਹਿਬ ਪੜ੍ਹਨ ਉੱਤੇ ਬੜਾ ਜ਼ੋਰ ਦਿੱਤਾ। ਇਸ ਤੇ ਪ੍ਰਧਾਨ ਸਾਹਿਬ ਨੇ ਰਾਵਾਂ ਲੈ ਲਈਆਂ ਤੇ ਆਨੰਦ ਸਾਹਿਬ ਸਵੇਰੇ ਪੜ੍ਹਨਾ ਚਾਹੀਦਾ ਹੈ ਕਿ ਸ਼ਾਮ ਨੂੰ। 70 ਰਾਵਾਂ ਸਵੇਰੇ ਪੜ੍ਹਨ ਦੇ ਹੱਕ ਵਿੱਚ ਨਿਕਲੀਆਂ ਤੇ 30 ਰਾਵਾਂ ਜਿਹੜੀਆਂ ਸੀ ਉਹ ਸ਼ਾਮ ਨੂੰ ਪੜ੍ਹਨ ਦੇ ਹੱਕ ਵਿੱਚ ਨਿਕਲੀਆਂ। ਪ੍ਰਧਾਨ ਜੀ ਨੇ ਫਿਰ ਇੱਕ ਰੂਲਿੰਗ ਦੇ ਦਿੱਤੀ ਵੀ ਇਹ ਹੁਣ ਮਾਮਲਾ ਰੋਹ ਰੀਤੀ ਸਬ ਕਮੇਟੀ ਦੇ ਹਵਾਲੇ ਕੀਤਾ ਜਾਂਦਾ ਹੈ, ਉਹ ਫੈਸਲਾ ਕਰੇਗੀ। ਪੰਥ ਦੀਆਂ ਰਾਵਾਂ ਆਈਆਂ ਹਨ, ਉਸ ਅਨੁਸਾਰ ਉਹਨੇ ਫੈਸਲਾ ਜੋ ਕਰੇਗੀ ਉਹ ਪਾਸ ਹੋਏਗਾ। ਤੋ ਇਹ ਇੱਕ ਹੋਰ ਇਹ 'ਚ ਮਤਾ ਪਾਸ ਕੀਤਾ ਗਿਆ ਕਿ ਜਿਹੜੀ ਮੱਦ ਉੱਤੇ 90% ਸਹਿਮਤੀ ਹੋ ਜਾਏਗੀ, ਉਸ ਮੱਦ ਨੂੰ ਪਾਸ ਕਰ ਦੇਣਾ ਚਾਹੀਦਾ ਹੈ, ਮੰਨ ਲੈਣਾ ਚਾਹੀਦਾ ਕਿ 90% ਦੀ ਸਹਿਮਤੀ ਦੇ ਨਾਲ ਇਹ ਮੱਦ ਜਿਹੜੀ ਹੈ ਇਹ ਪਾਸ ਹੋ ਜਾਣੀ ਚਾਹੀਦੀ ਹੈ। ਉਸ ਤੋਂ ਬਾਅਦ ਫਿਰ ਤਕਰੀਬਨ ਸ਼ਾਮ ਨੂੰ 4 ਵਜੇ ਦੇ ਕਰੀਬ ਇਹ 12:30 ਸਮਾਗਮ ਚੱਲਿਆ ਸੀ ਤੇ 4-4:30 ਦੇ ਕਰੀਬ ਇਹ ਸਮਾਗਮ ਜਿਹੜਾ ਸੀ ਬੰਦ ਹੋਇਆ। ਇੱਥੇ ਫਿਰ ਅਰਦਾਸ ਵੀ ਕੀਤੀ, ਹੁਕਮ ਵੀ ਲਿਆ। ਸੂਹੀ ਜਿਹਦਾ ਅਸੀਂ ਹੁਕਮ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੂਹੀ ਮਹਿਲਾ ਪਹਿਲਾ ਕਾਫੀ ਘਰ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਇਹ 751 ਅੰਕ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਲੰਬਾ ਹੈ। ਇਸ ਇਕੱਤਰਤਾ ਦੇ ਵਿੱਚ ਨਾਮ ਬਾਣੀ ਦੇ ਅਭਿਆਸ ਬਾਰੇ ਤਰਮੀਮਾਂ ਪੇਸ਼ ਹੋਈਆਂ, ਪਰ ਰੋਹ ਰੀਤੀ ਕਮੇਟੀ ਦੀ ਰਾਏ ਤੇ ਇੱਕ ਤਰਮੀਮ ਵਾਪਸ ਲੈ ਲਈ ਗਈ ਤੇ ਦੂਜੀ ਤਰਮੀਮ ਪ੍ਰਵਾਨ ਕਰ ਲਈ ਗਈ। ਆਨੰਦ ਸਾਹਿਬ ਦੇ ਮੁੱਦੇ ਨੂੰ ਰੋਹ ਰੀਤੀ ਕਮੇਟੀ ਦੇ ਸਪੁਰਦ ਜਿਹੜਾ ਸੀ ਕਰ ਦਿੱਤਾ ਗਿਆ। ਇਹ ਗੁਰਦੁਆਰਾ ਗਜ਼ਟ 1934 ਜਨਵਰੀ ਵਿੱਚ ਛਪਿਆ, ਸਾਰੀ ਡਿਟੇਲ ਉਹਦੇ ਤੇ ਹੈ, ਆਪ
ਜੇ ਦੇਖੋਗੇ ਸ਼ਾਇਦ SGPC ਦੀ ਵੈਬਸਾਈਟ ਦੇ ਉੱਤੇ ਪੁਰਾਣੇ ਗੁਰਦੁਆਰਾ ਗਜ਼ਟ ਮਿਲਦੇ ਹੋਣ ਤਾਂ ਇਹ ਸਾਰੀ ਡਿਟੇਲ ਉਹਦੇ 'ਚ ਲਿਖੀ ਹੋਈ ਮਿਲਦੀ ਹੈ। ਮੈਂ ਥੋੜਾ ਜਿਹਾ ਝਾਕੀਆਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜਾਂ ਪੰਛੀ ਝਾਤ ਇਸ ਮੀਟਿੰਗ ਦੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਇਹ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਸਥਾਨ ਤੇ ਹੋਈ। ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਮੋਹਨ ਸਿੰਘ ਜੀ, ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਸਾਹਿਬ ਭਾਈ ਕਰਤਾਰ ਸਿੰਘ ਜੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਇਹ ਇਕੱਤਰਤਾ ਲਗਾਤਾਰ 2 ਦਿਨ 30 ਤੇ 31 ਦਸੰਬਰ 1933 ਨੂੰ ਚਲਦੀ ਰਹੀ। ਇਸ ਵਿੱਚ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਨਾਲ ਰਹੁ ਰੀਤੀ ਸਬ ਕਮੇਟੀ ਦੇ ਮੈਂਬਰ ਵੀ ਸਾਰੇ ਸ਼ਾਮਲ ਹੋਏ। ਇਹਨਾਂ ਤੋਂ ਇਲਾਵਾ ਇਸ ਇਕੱਤਰਤਾ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਜਾਂ ਹੋਰ ਕਾਫੀ ਸਾਰੀ ਡਿਟੇਲ ਹਨ, ਕਾਰੀਆਂ ਸੰਸਥਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਅਸੀਂ ਕਰਨਾ ਇੱਥੇ ਸਮਾਂ ਬਹੁਤ ਜ਼ਿਆਦਾ ਲੱਗ ਜਾਏਗਾ। ਮੈਂ ਸਿਰਫ ਸ਼ਾਰਟ ਵੀ ਦੱਸ ਰਿਹਾ ਹਾਂ ਵੀ ਬਹੁਤ ਸਾਰੀਆਂ ਸਹੀ ਮਾਇਨੇ ਵਿੱਚ ਇਹਨਾਂ ਇਕੱਤਰਤਾਵਾਂ ਨੂੰ ਪੰਥਕ ਇਕੱਠ ਮੰਨਿਆ ਜਾ ਸਕਦਾ ਹੈ, ਜੋ ਕਿਉਂਕਿ ਹਰ ਬੰਦੇ ਦੀ ਰਾਏ ਜਿਹਨੇ ਦੇਣੀ ਸੀ ਉਹਨੇ ਰਾਏ ਦਿੱਤੀ, ਵਿਚਾਰ ਕੀਤੀ, ਉਹਦੇ ਤੇ ਮਤੇ ਕੀਤੇ ਗਏ, ਮਤੇ ਤੋਂ ਬਾਅਦ ਮਤੇ ਪਾਸ ਹੋਏ ਜਾਂ ਮਤੇ ਰਹੁ ਰੀਤੀ ਕਮੇਟੀ ਨੂੰ ਭੇਜ ਦਿੱਤੇ। ਇਹ ਅਸਲ ਵਿੱਚ ਪੰਥਕ ਇਕੱਠ ਦਾ ਇਹੋ ਹੀ ਢੰਗ ਹੁੰਦਾ ਸੀ। ਹਰ ਬੰਦਾ ਆਪਣੀ ਵਿਚਾਰ ਦਿੰਦਾ, ਰਾਏ ਦਿੰਦਾ ਸੀ, ਮੰਨੀ ਜਾਵੇ ਜਾਂ ਨਾ ਮੰਨੀ ਜਾਵੇ ਇਹਦਾ ਫੈਸਲਾ ਪੰਥ ਕਰਦਾ ਸੀ। ਇਹ ਸਾਡੇ ਵਾਂਗੂ ਨਹੀਂ ਸੀ ਵੀ ਮੇਰੀ ਗੱਲ ਨਹੀਂ ਮੰਨੀ ਤੇ ਮੀਟਿੰਗ 'ਚ ਉੱਠ ਕੇ ਬਾਈਕਾਟ ਕਰ ਦੇਣਾ, ਮੇਰੀ ਗੱਲ ਨਹੀਂ ਸੁਣੀ ਤਾਂ ਅਸੀਂ ਮੀਟਿੰਗ 'ਚ ਬਹਿਣਾ ਹੀ ਨਹੀਂ। ਇਹ ਉਦੋਂ ਸਿੱਖ ਆਗੂਆਂ ਦਾ ਇਹ ਇਸ ਤਰ੍ਹਾਂ ਦਾ ਜੀਵਨ ਨਹੀਂ ਸੀ, ਆਪਣਾ ਵਿਚਾਰ ਤੇ ਰਾਏ ਦਿੰਦੇ ਸੀ। ਇਹ 2 ਦਿਨਾਂ 'ਚ ਬਹੁਤ ਹੀ ਸੰਜੀਦਗੀ ਦੇ ਨਾਲ ਰਹੁ ਰੀਤੀ ਕਮੇਟੀ ਦੇ ਕਨਵੀਨਰ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਰਿਪੋਰਟ ਸਾਰੀ ਪੜ੍ਹ ਕੇ ਸੁਣਾਈ। ਇਸ ਦੇ ਸ਼ੁਰੂਆਤ ਵਿੱਚ ਕੁਝ ਸੱਜਣਾਂ ਨੇ ਰਹਿਤ ਬਰਾਦਰੀ ਦੀ ਲੋੜ ਤੇ ਸਵਾਲ ਚੁੱਕੇ, ਪਰ ਸਰਦਾਰ ਤੇਜਾ ਸਿੰਘ ਜੀ ਨੂੰ ਕਹਿਣਾ ਪਿਆ ਕਿ ਕੋਈ ਸੱਜਣ ਰਹਿਤ ਮਰਿਆਦਾ ਨਿਯਤ ਕਰਨ ਦੇ ਮਾਮਲੇ ਵਿੱਚ ਲਮਕਾਉਣਾ ਚਾਹੁੰਦੇ ਹਨ ਅਤੇ ਇਸ ਦੇ ਪਾਸ ਕਰਨ ਦੀ ਸਖਤ ਜ਼ਰੂਰਤ ਹੈ, ਹੋਣੀ ਚਾਹੀਦੀ ਹੈ, ਕਿਉਂਕਿ ਕੌਮ ਕੋਲ ਇਸ ਵੇਲੇ ਕੋਈ ਵੀ ਮਰਿਆਦਾ ਨਹੀਂ ਹੈ ਜਿਹੜੀ ਮਰਿਆਦਾ ਦੇ ਉੱਤੇ ਉਹ ਪਹਿਰਾ ਦੇ ਸਕੇ। ਇਸ ਮੀਟਿੰਗ ਦੇ ਵਿੱਚ ਰਹਿਤ ਮਰਿਆਦਾ ਦੇ ਵਿਚਾਰ ਲਈ ਜਿਹੜੇ ਨਿਯਮ ਬਣਾਏ ਗਏ ਹਨ ਉਹ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਸਪਸ਼ਟ ਦੱਸ ਦਿੱਤੇ ਵੀ ਇਹਨਾਂ ਨਿਯਮਾਂ ਨੂੰ ਬਦਲਿਆ ਨਹੀਂ ਜਾਏਗਾ, ਨਾ ਹੀ ਪ੍ਰਚਲਿਤ ਮਰਿਆਦਾ ਨੂੰ ਬਿਲਕੁਲ ਅੱਖੋਂ ਓਹਲੇ ਕੀਤਾ ਜਾਏਗਾ। ਸਾਰਿਆਂ ਨੂੰ ਦੇਖ ਕੇ ਪੁਰਾਤਨ ਗੁਰਬਾਣੀ, ਪੁਰਾਤਨ ਰਹਿਤਨਾਮੇ, ਇਤਿਹਾਸ ਤੇ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਾਹਮਣੇ ਰੱਖ ਕੇ ਅਸੀਂ ਜੋ ਵੀ ਫੈਸਲੇ ਉਹ ਕਰਾਂਗੇ। ਤੋ ਇੱਥੇ ਇਹ ਜਿਹੜੀ ਗੱਲ ਸਪਸ਼ਟ ਹੁੰਦੀ ਹੈ ਕਿ 2 ਦਿਨ ਲੰਮੀ ਵਿਚਾਰ ਤੋਂ ਬਾਅਦ ਕਈ ਮੱਦਾਂ ਤੇ ਡੂੰਘੀ ਵਿਚਾਰ ਹੋ ਕੇ ਸਾਰਥਕ ਸਿੱਟੇ ਵੀ ਨਿਕਲੇ। ਜਾਂ ਇਹਨਾਂ ਵਿੱਚੋਂ ਸਾਰਿਆਂ ਦੇ ਵਿਚਾਰ ਸੁਣੇ ਗਏ, ਫਿਰ ਵਿਚਾਰ ਲਿਖੇ ਵੀ ਗਏ, ਰਿਕਾਰਡ ਵੀ ਕੀਤੇ ਗਏ। ਆਮ ਤੌਰ ਤੇ ਇਹੋ ਜਿਹੀਆਂ ਇਕੱਤਰਤਾਵਾਂ ਬਹੁਤ ਹੀ ਘੱਟ ਮਿਲਦੀਆਂ ਹਨ, ਪਰ ਹੈਰਾਨੀ ਇਹ ਹੈ ਇਹਦੇ 'ਚ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 50 ਸਾਲਾ ਇਤਿਹਾਸ ਦੇ ਪੁਸਤਕ ਦੇ ਉੱਤੇ 114 ਨੰਬਰ ਪੰਨੇ ਦੇ ਉੱਤੇ ਇੱਕ ਭੁਲੇਖਾ ਬਾਊ ਜੀ ਟਿੱਪਣੀ ਛਾਪ ਦਿੱਤੀ, ਜਿੱਥੋਂ ਇਹ ਬੜੇ ਭੁਲੇਖੇ ਜਿਹੜੇ ਸੀ ਉਹ ਖੜੇ ਹੋ ਗਏ। ਉਹਨਾਂ ਨੇ ਉਹ ਟਿੱਪਣੀ ਦੇ ਵਿੱਚ ਲਿਖ ਦਿੱਤਾ ਵੀ ਗਰਮਾ ਗਰਮ ਬਹਿਸ ਹੋਈ, 2 ਦਿਨ ਸਮਾਗਮ ਚੱਲਿਆ, ਮਤਭੇਦ ਪੈਦਾ ਹੋ ਗਏ, ਕੁਝ ਪਾਸ ਨਾ ਹੋ ਸਕਿਆ, ਅਨਿਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਐਸੀ ਗੱਲ ਹੈ ਨਹੀਂ ਸੀ। ਇਹ ਜੋ ਸਰ ਤੇਜਾ ਸਿੰਘ ਹੈਡ ਗ੍ਰੰਥੀ ਨਨਕਾਣਾ ਸਾਹਿਬ ਨੇ ਇਸ ਇਕੱਤਰਤਾ ਦੀ ਲਿਖੀ ਹੈ, ਐਸਾ ਗੱਲ ਨਹੀਂ ਹੋਈ। ਇਹਦੇ ਵਿੱਚ ਬਹੁਤ ਸਾਰੇ ਮਤੇ ਪ੍ਰਵਾਨ ਕਰ ਲਏ ਗਏ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਔਰ ਬਹੁਤ ਸਾਰੇ ਮਤੇ ਜਿਹੜੇ ਸਨ ਰਹੁ ਰੀਤੀ ਕਮੇਟੀ ਨੂੰ ਫਿਰ ਸੌਂਪੇ ਗਏ ਵੀ ਇਹਦੇ ਤੇ ਵਿਚਾਰ ਕਰਕੇ ਸਾਡੇ ਨਾਲ ਸਾਂਝ ਜਿਹੜੀ ਹੈ ਉਹ ਪਾਈ ਜਾਵੇ। ਤੋ ਇਸ ਤੋਂ ਬਾਅਦ ਦੀ ਅਗਲੀ ਮੀਟਿੰਗ ਜਿਹੜੀ ਹੁੰਦੀ ਹੈ 1 ਅਗਸਤ 1936 ਨੂੰ ਹੁੰਦੀ ਹੈ। ਇਸ ਮੀਟਿੰਗ ਦੇ ਵਿੱਚ ਅਹਿਮ ਜਿਹੜਾ ਸੀ ਰੋਲ ਪਲੇ ਕੀਤਾ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਸਿੱਖ ਰਹਿਤ ਮਰਿਆਦਾ ਦੇ ਖਰੜੇ ਨੂੰ ਪ੍ਰਵਾਨ ਕਰ ਲਿਆ। ਜਿਹੜੀ ਮੀਟਿੰਗ 1 ਅਗਸਤ 1936 ਨੂੰ ਹੁੰਦੀ ਹੈ। 1936 ਨੂੰ ਵਿਸਾਖੀ ਦੇ ਮੌਕੇ ਦੇ ਉੱਤੇ ਸਰਬ ਹਿੰਦ ਸ਼੍ਰੋਮਣੀ ਸਿੱਖ ਪ੍ਰਚਾਰ ਕਾਨਫਰੰਸ ਕੀਤੀ ਗਈ। 1 ਅਗਸਤ 1936 ਦੀ ਵਿਸਾਖੀ ਦੀ ਗੱਲ ਕਰ ਰਿਹਾ। 1936 ਨੂੰ ਅੰਮ੍ਰਿਤਸਰ ਵਿਖੇ ਸਰਬ ਹਿੰਦ ਸ਼੍ਰੋਮਣੀ ਸਿੱਖ ਪ੍ਰਚਾਰ ਕਾਨਫਰੰਸ ਕੀਤੀ ਗਈ। ਇਸ ਵਿੱਚ ਵੱਡੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਵੀ ਹੋਇਆ। ਇੱਥੇ ਹੀ ਦੂਰ ਦਰਾਡੇ ਤੱਕ ਸਿੱਖ ਮਤ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਸਰਬ ਹਿੰਦ ਸਿੱਖ ਮਿਸ਼ਨ ਦੀ ਸਥਾਪਨਾ ਹੋਈ, ਇੱਥੇ ਹੀ ਅੰਮ੍ਰਿਤਸਰ ਦੇ ਵਿੱਚ ਹੀ। ਇਸ ਮਿਸ਼ਨ ਨੇ ਥੋੜੇ ਹੀ ਸਮੇਂ ਵਿੱਚ ਯੂਪੀ ਦੇ ਇਲਾਕੇ ਅਲੀਗੜ੍ਹ, ਹਾਪੜ, ਬੁਰਹਾਨਪੁਰ ਮੱਧ ਪ੍ਰਦੇਸ਼, ਨਾਗਪੁਰ ਮਹਾਰਾਸ਼ਟਰਾ ਤੇ ਐਰਨਾਕੁਲਮ, ਰਾਣੀ ਅਤੇ ਰਾਣੀ ਕੇਰਲਾ ਦੇ ਵਿੱਚ ਜਿਹੜੇ ਸੀ ਕੇਂਦਰ ਆਪਣੇ ਬਣਾਏ, ਧਰਮ ਪ੍ਰਚਾਰ ਜਿਹੜੇ ਕੇਂਦਰ ਸੀ ਉਹ ਸਥਾਪਿਤ ਕੀਤੇ। ਮਿਸ਼ਨ ਨੇ 1 ਸਾਲ ਦੇ ਅੰਦਰ ਅੰਦਰ ਹੀ
ਬੰਬਈ ਵਿੱਚ ਖਾਲਸਾ ਕਾਲਜ ਦੀ ਸਥਾਪਨਾ ਵੀ ਕੀਤੀ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਖੇਤਰ ਕਾਨੂੰਨੀ ਤੌਰ ਤੇ ਪੰਜਾਬ ਤੱਕ ਸੀਮਤ ਸੀ, ਪਰ ਇਸ ਲਈ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਦਾ ਕਾਰਜ ਖੇਤਰ ਸਾਰੇ ਭਾਰਤ ਵਿੱਚ ਵਧਾ ਦਿੱਤਾ ਗਿਆ। ਇੱਥੇ ਗੱਲ ਥੋੜੀ ਜਿਹੀ ਹੋਰ ਸਮਝਣ ਵਾਲੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਾਇਰਾ ਸੀ ਸਿਰਫ ਪੰਜਾਬ ਤੱਕ ਹੀ ਸੀਮਤ ਸੀ। ਜਾਂ ਇਹ ਕਹਿ ਲਈ ਉਦੋਂ ਸੋਧਾਂ ਨਹੀਂ ਸੀ ਹੋਈਆਂ, ਜੇ ਬਾਹਰਲੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਅੰਦਰ ਨਹੀਂ ਸੀ ਆਉਂਦੇ, ਜਿਵੇਂ ਅੱਜ ਦਿੱਲੀ ਦੇ ਗੁਰਦੁਆਰੇ ਹਨ ਜਾਂ ਹੋਰ ਗੁਰਦੁਆਰਾ ਸਾਹਿਬ ਹਨ, ਇਹ ਉਦੋਂ ਨਹੀਂ ਸੀ ਆਉਂਦੇ। ਉਦੋਂ ਸਿਰਫ ਪੰਜਾਬ ਤੱਕ ਹੀ ਦਾ ਖੇਤਰ ਸੀਮਿਤ ਜਿਹੜਾ ਸੀ ਉਹ ਰੱਖਿਆ ਗਿਆ ਸੀ। ਉਦੋਂ ਪੰਜਾਬ ਵੱਡਾ ਹੁੰਦਾ ਸੀ, ਇਹ ਛੋਟਾ ਪੰਜਾਬ ਨਹੀਂ ਸੀ ਹੁੰਦਾ। ਜਿਹੜੀ ਹੁਣ ਪੰਜਾਬ ਦੀ ਇੱਕ ਪੂਛ ਜਿਹੀ ਰਹਿ ਗਈ ਹੈ, ਬਾਕੀ ਪੰਜਾਬ ਤਾਂ ਸਾਰਾ ਕੱਟਿਆ ਵੱਢਿਆ ਗਿਆ, ਪੰਜਾਬ 4 ਹਿੱਸਿਆਂ 'ਚ ਵੰਡਿਆ ਗਿਆ। ਅੱਧਾ ਪਾਕਿਸਤਾਨ ਵਿੱਚ ਚਲਾ ਗਿਆ, ਅੱਧਾ ਹਰਿਆਣੇ ਕੁਛ ਚਲਾ ਗਿਆ, ਕੁਛ ਹਿਮਾਚਲ ਕੋਲ ਚਲਾ ਗਿਆ, ਕੁਛ ਇਲਾਕੇ ਜੰਮੂ ਕਸ਼ਮੀਰ ਦੇ ਵਿੱਚ ਵੀ ਗਏ। ਤਾਂ ਇਹ ਪੰਜਾਬ ਪਹਿਲਾਂ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਦੇ ਨਾਲ ਇਹਦੀ ਲੱਗਦਾ ਸੀ, ਤੇ ਲਾਹੌਰ ਤੋਂ ਪਾਰ ਇਹਦੀ ਸਰਹੱਦ ਜਿਹੜੀ ਅਫਗਾਨਿਸਤਾਨ ਦੇ ਨੇੜੇ ਉਹਦੇ ਨਾਲ ਜਾ ਕੇ ਲੱਗਦੀਆਂ ਸਨ। ਇਹ ਪੰਜਾਬ ਦਾ ਨਕਸ਼ਾ ਬੜਾ ਹੀ ਵੱਡਾ ਨਕਸ਼ਾ ਸੀ, ਪਰ ਇਹ ਨਕਸ਼ਾ ਜਿਹੜਾ ਪੰਜਾਬ ਸੀ ਵੰਡ ਤੋਂ ਬਾਅਦ ਇਹਦੇ 4 ਹਿੱਸੇ, 3 ਹੋ ਗਏ, 4 ਹਿੱਸਿਆਂ ਵਿੱਚ ਜਿਹੜਾ ਸੀ ਪੰਜਾਬ ਵੰਡਿਆ ਗਿਆ। ਖੈਰ, ਸਰਬ ਹਿੰਦ ਸਿੱਖ ਮਿਸ਼ਨ ਦੀ ਕਾਇਮੀ ਇਹ ਪੰਥ ਦੀ ਇੱਕ ਅਦੁੱਤੀ ਪ੍ਰਾਪਤੀ ਵੀ ਕਹੀ ਜਾ ਸਕਦੀ ਹੈ। ਇਹਨੂੰ ਅਸੀਂ ਚੰਗੀ ਪ੍ਰਾਪਤੀ ਦੀ ਗੱਲ ਕਰਾਂਗੇ। ਤਾਂ ਇਹ ਇੱਕ ਲੰਬਾ ਚੌੜਾ ਇਤਿਹਾਸ ਹੈ। ਹੁਣ ਮੈਂ ਸਿਰਫ ਸੰਖੇਪ ਵਿੱਚ ਜ਼ਿਕਰ ਕਰਨ ਲੱਗਾ। 12 ਅਕਤੂਬਰ 1936 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹ 'ਚ ਮਤਾ ਨੰਬਰ 149 ਨੂੰ ਜਿਹੜਾ ਸੀ ਉਹ ਪ੍ਰਵਾਨ ਕੀਤਾ ਗਿਆ। ਉਹ ਸੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਦਾ ਮਤਾ ਨੰਬਰ 1/8/1936 ਪੇਸ਼ ਹੋ ਕੇ ਪ੍ਰਵਾਨ ਹੋਇਆ। ਜਨਰਲ ਕਮੇਟੀ ਕੋਈ ਹੋਰ ਫੈਸਲਾ ਨਾ ਕਰੇ ਤਦ ਤੱਕ ਸਮੂਹ ਗੁਰਦੁਆਰਿਆਂ ਵਿੱਚ ਰਹੁ ਰੀਤੀ ਤੇ ਰਹਿਤ ਮਰਿਆਦਾ ਹੇਠ ਲਿਖੇ ਅਨੁਸਾਰ ਕੀਤੀ ਜਾਇਆ ਕਰੇਗੀ। ਉਸ ਗੁਰਦੁਆਰਾ ਗਜ਼ਟ ਦੇ ਮੈਂ ਲਫ਼ਜ਼ ਪੜ੍ਹ ਰਿਹਾ, ਇਸ ਕਰਕੇ ਮੈਂ ਹੇਠ ਲਿਖੇ ਅਨੁਸਾਰ ਲਫ਼ਜ਼ ਪੜ੍ਹ ਰਿਹਾ, ਤਾਂ ਕਿ ਲਫ਼ਜ਼ਾਂ ਵਿੱਚ ਮੇਰੇ ਕੋਈ ਆਪਣੇ ਕੋਲੋਂ ਲਫ਼ਜ਼ ਨਾ ਪੜ੍ਹਿਆ ਜਾਵੇ। ਇਸ ਕਰਕੇ ਮੈਂ ਉਹਨਾਂ ਲਫ਼ਜ਼ਾਂ ਨੂੰ ਇਨ ਬਿਨ ਹੀ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਹਾਂ। ਇਸ ਤਰ੍ਹਾਂ ਰਹਿਤ ਮਰਿਆਦਾ ਦਾ ਹੁਣ ਖਰੜਾ ਨਾ ਰਹਿ ਕੇ ਇਹ ਬਕਾਇਦਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ 12 ਅਕਤੂਬਰ 1936 ਨੂੰ ਬਣ ਗਈ। ਤਾਂ ਪਹਿਲੀ ਵਾਰੀ ਸਿੱਖ ਰਹਿਤ ਮਰਿਆਦਾ ਦਾ ਜਿਹੜਾ ਸੀ, ਇਹ ਸਾਰੀ ਰਿਪੋਰਟ ਗੁਰਦੁਆਰਾ ਗਜ਼ਟ ਅਕਤੂਬਰ 1936 ਦੇ ਅੰਕ ਵਿੱਚ ਛਪੀ ਹੋਈ ਸਾਨੂੰ ਮਿਲਦੀ ਹੈ। ਮੈਂ ਸ਼ਬਦ ਵੀ ਉੱਥੋਂ ਹੀ ਇਹ ਚੁੱਕੇ ਪੜ੍ਹੇ ਹਨ, ਜੋ ਮੇਰੇ ਕੋਲ ਕੁਝ ਲਿਖੇ ਹੋਏ ਸਨ, ਤਾਂ ਮੈਂ ਇਨ ਬਿਨ ਹੋਏ ਸ਼ਬਦ ਆਪ ਜੀ ਦੇ ਨਾਲ ਪੜ੍ਹ ਕੇ ਸਾਂਝੇ ਕੀਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸਰਦਾਰ ਲਾਲ ਸਿੰਘ ਜੀ ਵੱਲੋਂ ਸਿੱਖ ਰਹਿਤ ਮਰਿਆਦਾ ਦੀ ਪਹਿਲੀ ਐਡੀਸ਼ਨ ਅਕਾਲੀ ਪੱਤਰਕਾ ਪ੍ਰੈਸ ਮੈਕਲੇਗਨ ਰੋਡ ਲਾਹੌਰ ਵਿੱਚ ਛਾਪ ਕੇ ਲੋਕਾਂ ਦੇ ਸਾਹਮਣੇ, ਸਿੱਖ ਜਗਤ ਦੇ ਸਾਹਮਣੇ ਪੇਸ਼ ਕੀਤੀ ਗਈ। ਇਹ ਨਵੰਬਰ 1936 ਦੀ ਗੱਲ ਹੈ। ਨਵੰਬਰ 1936 ਪਹਿਲਾ ਐਡੀਸ਼ਨ ਜਿਹੜਾ ਸੀ ਇਹ ਲਾਹੌਰ ਤੋਂ ਛਪਿਆ। ਫਿਰ ਅੱਗੇ ਸੀ ਸਿੱਖ ਰਹਿਤ ਮਰਿਆਦਾ ਦੀਆਂ ਤੀਜਾ ਪੜਾਅ ਆਉਂਦਾ, ਕੁਝ ਤਬਦੀਲੀਆਂ 1936 ਤੋਂ ਲੈ ਕੇ 1945 ਦੇ ਵਿੱਚ ਕੁਝ ਤਬਦੀਲੀਆਂ ਹੋਈਆਂ, ਉਹਦੇ ਆਪਾਂ ਜ਼ਿਕਰ ਕਰਦੇ ਹਾਂ। 7 ਜਨਵਰੀ 1945 ਨੂੰ ਧਾਰਮਿਕ ਸਲਾਹਕਾਰ ਕਮੇਟੀ ਦੀ 13ਵੀਂ ਇਕੱਤਰਤਾ 28 ਜੁਲਾਈ 1944 ਦੁਆਰਾ ਪ੍ਰਵਾਨ ਕੀਤਾ ਮਤਾ ਦੁਬਾਰਾ ਪੇਸ਼ ਹੋ ਕੇ ਸਿੱਖ ਰਹਿਤ ਮਰਿਆਦਾ ਵਿੱਚ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ ਗਈ। ਇਸ ਵਿੱਚ 5 ਸਿੰਘ ਸਾਹਿਬਾਨ, ਹੋਰ ਵੀ ਕਾਫੀ ਨਾਮ ਨੇ, ਉਹਨਾਂ ਦਾ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਆਪ ਜੀ ਦੇ ਵੀ ਕਿ ਸਿੱਖ ਰਹਿਤ ਮਰਿਆਦਾ ਦੇ ਮੁੱਢਲੇ ਪੰਨਿਆਂ ਦੇ ਨਾਮ ਵੀ ਕੁਝ ਉਹਦੇ ਦਿੱਤੇ ਹੋਏ ਹਨ। ਫਿਰ 3 ਫਰਵਰੀ 1945 ਸ਼੍ਰੋਮਣੀ ਕਮੇਟੀ ਦੀ ਜਨਰਲ ਇਕੱਤਰਤਾ ਨੇ ਮਤਾ ਨੰਬਰ 97 ਰਾਹੀਂ ਸਿੱਖ ਰਹਿਤ ਮਰਿਆਦਾ ਵਿੱਚ ਅਹਿਮ ਸੋਧਾਂ ਦੀ ਪ੍ਰਵਾਨਗੀ ਦਿੱਤੀ। 1945 3 ਫਰਵਰੀ 1945 ਨੂੰ ਉਹ ਪ੍ਰਵਾਨਗੀ ਦਿੱਤੀ ਗਈ। ਇਸ ਤਰ੍ਹਾਂ ਅਸੀਂ ਵੇਖ ਸਕਦੇ ਹਾਂ ਕਿ ਸਿੱਖ ਰਹਿਤ ਮਰਿਆਦਾ ਦੀ ਤਿਆਰੀ ਸਮੁੱਚੇ ਪੰਥ ਨੇ ਪੂਰੀ ਗੰਭੀਰਤਾ ਦੇ ਨਾਲ ਆਪਣਾ ਯੋਗਦਾਨ ਪਾਇਆ। ਇੰਨਾ ਲੰਮਾ ਸਮਾਂ 1930-31 ਤੋਂ ਲੈ ਕੇ 14 ਸਾਲ ਜਾਂ ਪਹਿਲਾਂ ਇਹ 6 ਸਾਲ, ਉਸ ਤੋਂ ਬਾਅਦ ਹੋਰ 8 ਸਾਲ ਜਾਂ 9 ਸਾਲ ਇਹ ਮੀਟਿੰਗਾਂ ਜਿਹੜੀਆਂ ਹੁੰਦੀਆਂ ਰਹੀਆਂ। ਇਹ ਕਹਿ ਸਕਦੇ ਹਾਂ ਕਿ ਇੰਨਾ ਲੰਮਾ ਸਮਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ। 2 ਵਾਰ ਖਰੜੇ ਨੂੰ ਗੁਰਦੁਆਰਾ ਗਜ਼ਟ ਵਿੱਚ ਛਾਪ ਕੇ ਲੋਕਾਂ ਦੇ ਵਿੱਚ ਜਨਤਕ ਕੀਤਾ ਗਿਆ, ਸਿੱਖ ਜਗਤ ਨੂੰ ਦਿੱਤਾ ਗਿਆ। ਇਸ ਦੇ ਇਲਾਵਾ ਇਹਨੂੰ ਅਖਬਾਰਾਂ ਵਿੱਚ ਵੀ ਛਾਪਿਆ ਗਿਆ। ਇਹ ਇਕੱਤਰਤਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈਆਂ। ਇਸ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਨਾਲ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਜਾਂ ਪ੍ਰਤੀਨਿਧ ਵੀ ਸ਼ਾਮਲ ਹੁੰਦੇ ਰਹੇ।
18 ਸਾਲ ਦੀ ਜਾਂ ਇਹ ਕਹਿ ਲਓ 1926 ਤਾਂ 1927 ਤੋਂ ਜਦੋਂ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਕੀਤਾ ਸੀ ਇਹ ਕੰਮ, ਤਾਂ 18 ਸਾਲ ਦੀ ਲੰਬੀ ਸੋਚ ਵਿਚਾਰ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਇਹ ਮਰਿਆਦਾ ਸਿੱਖ ਪੰਥ ਦੀ ਝੋਲੀ ਵਿੱਚ ਪਾਈ ਗਈ। ਇਹ ਗੱਲ ਨਿਸ਼ਚਿਤ ਹੈ, ਇਹ ਗੱਲ ਪੱਕੀ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਵਿੱਚ ਪੰਥ ਦੀ ਸਫਲਤਾ ਤੋਂ ਬਾਅਦ ਅੰਗਰੇਜ਼ਾਂ ਨੇ ਗੁਰਦੁਆਰਿਆਂ ਦੇ ਮਾਮਲਿਆਂ ਵਿੱਚ ਦਖਲ ਨਹੀਂ ਸੀ ਦਿੱਤਾ। ਇਸ ਤਰ੍ਹਾਂ ਬਗੈਰ ਕਿਸੇ ਬਾਹਰੀ ਦਬਾਅ ਦੇ ਆਪਣੇ ਇਹ ਕਾਨੂੰਨ ਜਿਹੜਾ ਸੀ ਸਿੱਖਾਂ ਦਾ ਬਣ ਸਕਿਆ। ਅੰਗਰੇਜ਼ਾਂ ਨੇ ਜਦੋਂ ਸ਼੍ਰੋਮਣੀ ਕਮੇਟੀ ਬਣ ਗਈ ਤਾਂ ਫਿਰ ਉਹਨਾਂ ਨੇ ਇਹਦੇ ਵਿੱਚ ਬਹੁਤਾ ਦਖਲ ਦੇਣਾ ਬੰਦ ਕਰ ਦਿੱਤਾ ਸੀ। ਸ਼ਾਇਦ ਉਹਨਾਂ ਨੂੰ ਸਮਝ ਆ ਗਈ ਹੋਏਗੀ ਵੀ ਸਾਡੇ ਹੁਣ ਭਾਰਤ ਦੇ ਸਾਲ ਥੋੜੇ ਹੀ ਨੇ ਤੇ ਸਾਨੂੰ ਸ਼ਾਇਦ ਭਾਰਤ ਛੱਡਣਾ ਪਵੇ। ਮੇ ਬੀ ਆਈ ਡੋਂਟ ਨੋ, ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ, ਲੇਕਿਨ ਮੈਂ ਇੱਕ ਅੰਦਾਜ਼ਾ ਲਾ ਰਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਜਦੋਂ ਇਹ ਪ੍ਰਬੰਧ ਸੌਂਪ ਦਿੱਤਾ ਗਿਆ ਤਾਂ ਅੰਗਰੇਜ਼ਾਂ ਨੇ ਫਿਰ ਬਹੁਤਾ ਦਖਲ ਇਹਦੇ ਵਿੱਚ ਨਹੀਂ ਸੀ ਦਿੱਤਾ। ਇਹ ਸਾਰਾ ਕੰਮ ਕਾਰਜ ਜੇ ਅੱਜ ਕਰਨਾ ਹੁੰਦਾ, ਮੈਂ ਇੱਕ ਬੇਨਤੀ ਕਰਦੇ ਹਾਂ, ਇੱਕ ਮੈਂ ਆਪਣੇ ਵੱਲੋਂ ਇਹ ਗੱਲ ਕਰ ਰਿਹਾ ਵੀ ਜੇ ਕਿਤੇ ਅੱਜ ਸਾਨੂੰ ਇਹ ਕੰਮ ਕਰਨਾ ਪੈ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਸੀ ਵੀ ਅੱਜ ਇੱਦਾਂ ਦੇ ਪੰਥਕ ਇਕੱਠ ਵੀ ਹੋ ਸਕਦੇ ਜੋ ਅੱਜ ਦੀ ਹਾਲਾਤ ਸਾਡੀ ਹੈ, ਜੋ ਅੱਜ ਸਾਡੇ ਹਾਲਾਤ ਹਨ, ਜੋ ਸਾਡਾ ਮੀਡੀਆ, ਜੋ ਅਸੀਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਵਰਤ ਕੇ ਜਲੀਲ ਕਰਦੇ ਹਾਂ, ਜੋ ਸਾਡੀ ਹਾਲਤ ਅੱਜ ਬਣੀ ਹੋਈ ਹੈ ਕੌਮ ਦੀ। ਸੱਚਮੁੱਚ ਮੈਂ ਕਹਿ ਰਿਹਾ ਵੀ ਜੇ ਕਿਤੇ ਅੱਜ ਕਰਨੇ ਹੁੰਦੇ ਤੇ ਨਾ ਹੀ ਤਾਂ ਕਿਸੇ ਨੇ ਰਾਏ ਦੇਣੀ ਸੀ ਤੇ ਨਾ ਹੀ ਕਿਸੇ ਨੇ ਆਪਣੇ ਵਿਚਾਰ ਦੇਣੇ ਸੀ, ਨਾ ਹੀ ਕਿਸੇ ਕੋਲ ਇੰਨੀ ਰਾਏ ਡੂੰਘੀਆਂ ਰਾਵਾਂ ਪੰਥ ਦਰਦ ਅੰਦਰ ਸਾਡੇ ਅੰਦਰ ਹੈ। ਅੱਜ ਉਹ ਗੱਲਾਂ ਸਾਡੇ 'ਚ ਨਹੀਂ ਹਨ। ਜੇ ਅੱਜ ਕਿਤੇ ਅਸੀਂ ਗੱਲ ਕਰ ਦਈਏ ਕੋਈ ਮੁੱਦਾ ਆ ਜਾਂਦਾ ਹੈ ਤਾਂ ਮੁੱਦੇ ਨੂੰ ਅਸੀਂ ਛੱਡੋ, ਅਸੀਂ ਕੀ ਲੈਣਾ, ਸਾਡਾ ਕੰਮ ਨਹੀਂ ਹੈ। ਪੰਥਕ ਮੁੱਦਿਆਂ ਉੱਤੇ ਵੀ ਅਸੀਂ ਆਪਣੀ ਰਾਏ ਦੇਣੀ ਚੰਗੀ ਨਹੀਂ ਸਮਝਦੇ। ਪੰਥਕ ਮੁੱਦਿਆਂ ਦੇ ਉੱਤੇ ਵੀ ਅਸੀਂ ਕਹਿੰਦੇ ਨਹੀਂ, ਅਸੀਂ ਕੀ ਕਰਨੀ, ਈਮੇਲ ਕਰਕੇ ਛੱਡੋ, ਸਾਡੇ ਵਿਰੋਧੀ ਹੋ ਜਾਣਗੇ, ਸਾਡੇ ਖਿਲਾਫ ਹੋ ਜਾਣਗੇ, ਸਾਡੇ ਵਿਰੋਧ 'ਚ ਆ ਜਾਣਗੇ, ਅਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ। ਪਰ ਉਦੋਂ ਪੰਥ ਦਰਦੀਆਂ ਨੇ ਸਿਰ ਜੋੜ ਕੇ ਬੈਠ ਕੇ ਇੰਨੇ ਬੰਦਿਆਂ ਨੇ ਆਪਣੇ ਵਿਚਾਰ ਭੇਜੇ, ਜਥੇਬੰਦੀਆਂ ਨੇ, ਆਰਗੇਨਾਈਜੇਸ਼ਨਸ ਨੇ, ਇੰਡੀਵਿਜੂਅਲ ਨੇ, ਖਾਲਸਾ ਕਾਲਜਾਂ ਨੇ, ਖਾਲਸਾ ਸਕੂਲਾਂ ਦੇ ਟੀਚਰਾਂ ਨੇ, ਪ੍ਰਿੰਸੀਪਲ ਨੇ, ਫਿਰ ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀਆਂ ਦੇ ਮੈਂਬਰਸ ਨੇ, ਇਹ ਸਾਰਿਆਂ ਨੇ ਲਗਭਗ ਇਹਦੇ 'ਚ ਹਿੱਸਾ ਲਿਆ। ਜਿਹੜੀਆਂ ਸਿੰਘ ਸਭਾਵਾਂ ਉਹਨਾਂ ਨੇ, ਫਿਰ ਜਿਹੜੇ ਜਥੇਬੰਦੀਆਂ ਜਾਂ ਦੂਜੀਆਂ ਆਪਾਂ ਕਹਿ ਲਈਏ ਸੰਤ ਸਮਾਜ ਨੂੰ ਅੱਜ ਨਾਂ ਆ ਗਿਆ, ਹਾਲਾਂਕਿ ਸੰਤ ਸਮਾਜ ਗੁਰੂ ਜੀ ਨੇ ਬਣਾਇਆ ਹੀ ਨਹੀਂ ਸੀ, ਗੁਰੂ ਜੀ ਨੇ ਪੰਥ ਬਣਾਇਆ ਸੀ, ਸੰਤ ਸਮਾਜ ਨਹੀਂ ਸੀ ਬਣਾਇਆ। ਅੱਜ ਸਾਡਾ ਇੱਕ ਵੱਡਾ ਸਾਡਾ ਦੁਖਾਂਤ ਆ ਵੀ ਅਸੀਂ ਉਹਨੂੰ ਵੱਖਰਾ ਨਾਂ ਕੇ ਸੰਤ ਸਮਾਜ ਬਣਾ ਦਿੱਤਾ। ਸੰਤ ਸਮਾਜ ਨਾਂ ਦੀ ਕੋਈ ਜਥੇਬੰਦੀ ਨਾ ਗੁਰੂ ਕਾਲ 'ਚ ਬਣੀ, ਨਾ ਗੁਰੂ ਕਾਲ ਤੋਂ ਬਾਅਦ ਬਣੀ। ਇਹ ਤਾਂ ਪਤਾ ਨਹੀਂ ਕਿੱਥੋਂ ਆ ਥੋੜੇ ਸਾਲਾਂ ਦੇ ਵਿੱਚ ਹੀ ਸਾਡੇ ਹੋਂਦ 'ਚ ਆ ਕੇ ਪੈ ਗਈ, ਸੰਤ ਸਮਾਜ ਹੋ ਗਿਆ। ਸਮਾਜ ਪੰਥ ਬਣਾਇਆ ਗੁਰੂ ਨੇ। ਇਹ ਸੰਤ ਸਮਾਜ ਪੰਥ ਦਾ ਇੱਕ ਹਿੱਸਾ ਹੋ ਸਕਦਾ ਹੈ, ਪੰਥ ਨਹੀਂ ਹੋ ਸਕਦਾ। ਪਰ ਅੱਜ ਜੋ ਸਾਡੀ ਹਾਲਾਤ ਹੈ, ਹੁਣ ਆਪਾਂ ਇਹਦੇ 'ਚ ਇਹ ਗੱਲ ਕਹਿ ਸਕਦੇ ਹਾਂ ਕਿ ਇਹ ਮਰਿਆਦਾ ਆਮ ਤੌਰ ਤੇ ਇੱਕ ਦਲੀਲ ਦਿੱਤੀ ਜਾਂਦੀ ਹੈ ਜੀ ਇਹ ਮਰਿਆਦਾ ਕਮੇਟੀ ਦੀ ਹੈ। ਮੈਂ ਬੇਨਤੀ ਕਰ ਰਿਹਾ ਕਿ ਮਰਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਹੀਂ ਬਣਾਈ, ਬਲਕਿ ਸ਼੍ਰੋਮਣੀ ਕਮੇਟੀ ਨੇ ਇਸ ਮਰਿਆਦਾ ਨੂੰ ਬਣਾਉਣ ਲਈ ਲੋੜੀਂਦੇ ਸਾਧਨ ਪ੍ਰਦਾਨ ਕੀਤੇ ਸਨ। ਸ਼੍ਰੋਮਣੀ ਕਮੇਟੀ ਨੇ ਲੋੜੀਂਦੇ, ਕਿਉਂਕਿ ਉਦੋਂ ਕੇਂਦਰੀ ਜਥੇਬੰਦੀ ਇੱਕੋ ਸੀ, ਹਾਲੇ ਸਾਡੇ ਕੋਲ ਪੂਰੀ ਪਾਵਰ ਵੀ ਨਹੀਂ ਸੀ ਆਈ, ਹਾਲੇ ਨਵੇਂ ਗੁਰਦੁਆਰਿਆਂ ਦੇ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆਏ ਸਨ। ਅਕਾਲ ਤਖਤ ਸਾਹਿਬ ਦੀ ਜਿਹੜੀ ਜ਼ਿੰਮੇਵਾਰੀ ਸੀ ਉਦੋਂ ਨਵੀਂ ਸਿੱਖਾਂ ਕੋਲ ਆਈ ਸੀ। ਪਹਿਲਾਂ ਤਾਂ ਸਰਬਰਾਹ ਜਿਹੜੇ ਸੀ ਉਹ ਕਾਬੇ ਹੀ ਰਹੇ, ਮਹੰਤਾਂ ਦੇ ਮਸੰਦਾਂ ਦੇ ਜਾਂ ਗਵਰਨਮੈਂਟ ਦੇ ਸਰਬਰਾਹ ਜਿਹੜੇ ਸੀ ਰੂੜ ਸਿੰਘ ਵਰਗੇ ਸਰੋਪਾ ਦਿੰਦੇ ਰਹੇ ਉੱਥੋਂ ਅਕਾਲ ਤਖਤ ਤੋਂ, ਉਦੋਂ ਅਧੀਨ ਹੋ ਕੇ ਸਰਕਾਰ ਦੇ ਚੱਲਦੇ ਸਨ। ਨਨਕਾਣਾ ਸਾਹਿਬ ਦੇ ਸਾਕੇ ਨੇ ਜੋ 20 ਫਰਵਰੀ 1921 ਨੂੰ ਵਾਪਰਿਆ, ਗੁਰਦੁਆਰਾ ਸੁਧਾਰ ਲਹਿਰ ਨੂੰ, ਸ਼ਹੀਦਾਂ ਦੇ ਖੂਨ ਨੇ ਇਸ ਗੁਰਦੁਆਰਾ ਸੁਧਾਰ ਲਹਿਰ ਨੂੰ ਬਹੁਤ ਹੀ ਕਹਿੰਦੇ ਬਾਲਣ ਦਾ ਕੰਮ ਕੀਤਾ। ਇਹ ਕਹਿ ਲਓ ਇਸ ਲਹਿਰ ਨੂੰ ਪ੍ਰਚੰਡ ਕਰਨ ਲਈ ਬੜਾ ਹੀ ਯੋਗਦਾਨ ਉਹਨਾਂ ਸ਼ਹੀਦਾਂ ਨੇ ਆਪਣਾ ਖੂਨ ਪਾ ਕੇ, ਆਪਣਾ ਖੂਨ ਦੇ ਕੇ ਸਿੱਖ ਕੌਮ ਦੀ, ਇਹ ਕਹਿ ਦੇਵਾਂ ਕਿ ਉਹ ਸ਼ਹੀਦਾਂ ਦੇ ਖੂਨ ਨਾਲ ਸਿੱਖ ਕੌਮ ਦਾ ਅਗਲਾ ਇਤਿਹਾਸ ਜਿਹੜਾ ਸੀ ਉਹ ਲਿਖਿਆ ਗਿਆ, ਜਿਹੜਾ ਗੁਰਦੁਆਰਾ ਪ੍ਰਚੰਡ ਲਹਿਰ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਕੀਤਾ। ਇਸ ਤੋਂ ਬਾਅਦ ਗੰਗਸਰ ਜੈਤੋ, ਗੁਰੂ ਕਾ ਬਾਗ ਤੇ ਮੋਰਚਾ ਨੇ ਖਾਲਸਾ ਪੰਥ ਵੱਲੋਂ ਅਥਾਹ ਕੁਰਬਾਨੀਆਂ ਨੇ ਸਿੱਖਾਂ ਦੇ ਅੰਦਰ ਇੱਕ ਨਵਾਂ ਜਜ਼ਬਾ ਪੈਦਾ ਕੀਤਾ, ਔਰ ਜਿਹਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਸ ਕਮੇਟੀ ਦਾ ਹਰ ਇੱਕ ਮੈਂਬਰ ਦਾ ਅੰਮ੍ਰਿਤਧਾਰੀ ਹੋਣਾ, ਨਿਤਨੇਮੀ ਹੋਣਾ ਲਾਜ਼ਮੀ ਸੀ। ਹਰ ਮੈਂਬਰ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਸੁਧਾਈ ਕੀਤੀ ਜਾਂਦੀ ਸੀ। ਸੁਧਾਈ ਕੀਤੀ ਗਈ। ਜਿਹੜੀ ਪਹਿਲੀ ਸ਼੍ਰੋਮਣੀ ਕਮੇਟੀ ਸੀ,
ਰਹਿਤ ਮਰਿਆਦਾ ਦੀ ਤਿਆਰੀ ਲਈ ਸ਼ਾਮਲ ਹੋਏ ਸੱਜਣਾ ਦੀ ਲਿਸਟ ਜਦੋਂ ਅਸੀਂ ਵੇਖਦੇ ਹਾਂ, ਜਿਹੜੀਆਂ ਲਿਸਟ ਸਾਨੂੰ ਮਿਲਦੀ ਹੈ, ਇਹ ਸਪਸ਼ਟ ਹੋ ਜਾਂਦਾ ਹੈ, ਗੱਲ ਸਾਫ਼ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਵਿਦਵਾਨ ਗੁਰਮੁਖ ਦਾ ਇਕੱਠ ਨਾ ਹੁਣ ਹੋ ਸਕਦਾ ਹੈ ਤੇ ਨਾ ਹੀ ਅੱਜ ਕਿਸੇ ਨੇ ਹੋਣ ਦੇਣਾ ਹੈ। ਇੱਕ ਹੋਰ ਵੀ ਗੱਲ ਕਹਿਦਾ ਕਿ ਇਹ ਵਿਦਵਾਨਾਂ ਨੂੰ ਤਾਂ ਅੱਜ ਕੋਈ ਸ਼ਕਲ ਦੇਖਣੀ ਨਹੀਂ ਚਾਹੁੰਦਾ, ਜੋ ਸਾਡੀ ਕੌਮ ਦੀ ਅੱਜ ਹਾਲਾਤ ਬਣੀ ਹੋਈ ਹੈ। ਵਿਦਵਾਨਾਂ ਦੀ ਕੋਈ ਸ਼ਕਲ ਦੇਖਣੀ ਵੀ ਪਸੰਦ ਨਹੀਂ ਕਰਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਵਿਚਾਰ ਜਿਹੜੇ ਹਨ ਗੁਰਬਾਣੀ ਅਨੁਸਾਰ ਹੋਣਗੇ ਤੇ ਸਾਡੇ ਰਾਜਨੀਤਿਕ ਬੰਦੇ ਜਿਹੜੇ ਹਨ ਉਹ ਕਦੀ ਵੀ ਉਹ ਗੱਲ ਨੂੰ ਮੰਨਣਾ ਨਹੀਂ ਚਾਹੁੰਦੇ। ਇਹ ਇਕੱਠ ਨਾ ਉਹ ਇਸ ਤਰ੍ਹਾਂ ਦਾ ਹੋ ਸਕਦਾ ਹੈ ਤੇ ਨਾ ਹੀ ਕਿਸੇ ਨੇ ਅੱਜ ਹੋਣ ਦੇਣਾ। ਇਸ ਲਈ ਧਿਆਨ ਵਾਲੀ ਗੱਲ ਸਾਡੀ ਇਹ ਇੱਥੇ ਰੱਖਣੀ ਚਾਹੀਦੀ ਹੈ, ਧਿਆਨ ਇਸ ਵਿੱਚ ਰੱਖਣਾ ਚਾਹੀਦਾ ਹੈ ਕਿ ਰਹਿਤ ਮਰਿਆਦਾ ਦੀ ਤਿਆਰੀ ਲਈ ਜਿਹੜੀ ਬਣੀ ਰਹੁ ਰੀਤੀ ਕਮੇਟੀ ਦੇ ਸਾਰੇ ਹੀ ਮੈਂਬਰ ਤੇ ਸਾਰੀਆਂ ਆਰਗੇਨਾਈਜੇਸ਼ਨ, ਸਾਰੀਆਂ ਸੰਸਥਾਵਾਂ ਆਪਣੇ ਆਪ ਨੂੰ ਗੁਰੂ ਪੰਥ ਦਾ ਅੰਗ ਸਮਝ ਕੇ ਸ਼ਾਮਲ ਹੋਏ ਸਨ। ਹੁਣ ਸਾਡਾ ਦਿਖਾਦਾ ਅਸੀਂ ਆਪਣੇ ਆਪ ਨੂੰ ਗੁਰੂ ਪੰਥ ਦਾ ਅੰਗ ਨਹੀਂ ਸਮਝਦੇ, ਅੱਜ ਆਪਣੇ ਆਪ ਨੂੰ ਗੁਰੂ ਪੰਥ ਦਾ ਹਿੱਸਾ ਨਹੀਂ ਸਮਝਦੇ। ਸੱਚਮੁੱਚ ਜੇ ਅਸੀਂ ਗੁਰੂ ਪੰਥ ਦਾ ਹਿੱਸਾ ਆਪਣੇ ਆਪ ਨੂੰ ਸਮਝਦੇ ਹੋਈਏ ਤਾਂ ਫਿਰ ਅਸੀਂ ਕਦੀ ਵੀ ਪੰਥਕ ਮੁੱਦਿਆਂ ਤੇ ਆਪਣੀ ਰਾਏ ਜਾਂ ਵਿਚਾਰ ਦੇਣ ਤੋਂ ਪਿੱਛੇ ਨਾ ਹਟੀਏ, ਕਦੀ ਵੀ ਨਾ ਹਟੀਏ। ਮੰਨੀ ਜਾਣੀ ਨਾ ਮੰਨੀ ਜਾਣੀ ਇਹਦਾ ਕੋਈ ਚੱਕਰ ਨਹੀਂ ਹੈ ਵੀ ਉਹਨਾਂ ਕਿਹੜਾ ਸੁਣਨੀ ਹੈ ਜੀ। ਅਸੀਂ ਕਹਿੰਦੇ ਜੀ ਉੱਥੇ ਕਿਹੜੀ ਸੁਣੀ ਜਾਂਦੀ ਹੈ ਜਾਂ ਉੱਥੇ ਉਹਨਾਂ ਨੇ ਕਿਹੜਾ ਸਾਡੀ ਕੋਈ ਗੱਲ ਸੁਣਨੀ, ਉਹਨਾਂ ਪਾੜ ਕੇ ਚਿੱਠੀ ਸੁੱਟ ਦੇਣੀ ਹੈ। ਨਹੀਂ, ਪਾੜ ਕੇ ਸੁੱਟਣ ਜੋ ਮਰਜ਼ੀ ਕਰਨ, ਲੇਕਿਨ ਜੋ ਕੁਝ ਅਸੀਂ ਲਿਖਤੀ ਰਾਏ ਭੇਜਦੇ ਹਾਂ ਉਹਦਾ ਅਸਰ ਕੁਛ ਨਾ ਕੁਛ ਜ਼ਰੂਰ ਪੈਂਦਾ ਹੈ। ਅੱਜ ਨਹੀਂ ਤੇ ਕੱਲ ਨੂੰ ਇੱਕ ਰੈਕਟ ਬਣ ਜਾਏਗਾ, ਉਸ ਰੈਕਟ ਵਿੱਚ ਲੱਗੀਆਂ ਹੋਈਆਂ ਚਿੱਠੀਆਂ ਬੁੱਲਣਗੀਆਂ ਕਿ ਉਦੋਂ ਵੀ ਪੰਥ ਦਰਦੀ ਕੁਝ ਜਿਉਂਦੇ ਸਨ ਜਿਹੜੇ ਕੌਮ ਦੀ ਵਿਗੜੀ ਹੋਈ ਨੂੰ ਸਵਾਰਨ ਦਾ ਯਤਨ ਕਰਦੇ ਸਨ। ਇਸ ਵਾਸਤੇ ਇਹ ਰਾਵਾਂ ਜਿਹੜੀਆਂ ਹਨ ਗੁਰੂ ਪੰਥ ਦਾ ਆਪਣੇ ਆਪ ਨੂੰ ਅੰਗ ਸਮਝ ਕੇ ਸਾਨੂੰ ਹਮੇਸ਼ਾ ਹੀ ਭੇਜਦੇ ਰਹਿਣਾ ਚਾਹੀਦਾ ਹੈ। ਪਰ ਰਾਵਾਂ ਵੀ ਉਹ ਹੋਣੀਆਂ ਚਾਹੀਦੀਆਂ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਔਰ ਸਿੱਖ ਇਤਿਹਾਸ ਜੋ ਪ੍ਰਵਾਨਿਤ ਹੈ, ਪ੍ਰਮਾਣਿਕ ਸਿੱਖ ਇਤਿਹਾਸ ਦੇ ਉੱਤੇ ਪੂਰਾ ਤੇ ਖਰੀ ਉਤਰਦੀ ਹੋਵੇ। ਇਹ ਨਹੀਂ ਕਿ ਅਸੀਂ ਆਪਣੀ ਸਿਰਫ ਲਿਖਤ ਦਿਖਾਉਣ ਲਈ ਹੀ ਆਪਣੀ ਰਾਏ ਭੇਜ ਦੇਣੀ ਹੈ। ਇਹ ਨਹੀਂ, ਇਹ ਐਸਾ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਆਪ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਾਂ ਔਰ ਸਾਡੀਆਂ ਰਹਿਤਾਂ ਤੇ ਮਰਿਆਦਾ ਜਿਹੜੀਆਂ ਹਨ, ਇਹ ਸਾਡੀਆਂ ਜਿਹੜੇ ਵਿਚਾਰ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਹਨ। ਇਸ ਵਾਸਤੇ ਅਸੀਂ ਉਹੀ ਹੀ ਵਿਚਾਰ ਰਾਵਾਂ ਲਿਖ ਕੇ ਭੇਜੀਏ ਜਿਹੜੀਆਂ ਰਾਵਾਂ ਸਿੱਖ ਸਿਧਾਂਤਾਂ ਦੇ ਉੱਤੇ ਜਾਂ ਅੱਜ ਇਹ ਕਹਿ ਲਈਏ ਕਿ ਸਿੱਖ ਰਹਿਤ ਮਰਿਆਦਾ ਦੇ ਉੱਤੇ ਜਾਂ ਇਹਨਾਂ ਦੇ ਖਿਲਾਫ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਸਾਨੂੰ ਆਪਣੀਆਂ ਰਾਵਾਂ ਦੇਣ ਤੋਂ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੀਦਾ। ਤਾਂ ਇੱਥੇ ਮੈਂ ਇਹ ਗੱਲ ਕਹਿ ਸਕਦਾ ਵੀ ਇਹ ਰਹਿਤ ਮਰਿਆਦਾ ਸਮੁੱਚੇ ਖਾਲਸਾ ਪੰਥ ਦੀ ਸੀ, ਨਾ ਕਿ ਕਿਸੇ ਜਥੇਬੰਦੀ, ਧੜੇ ਜਾਂ ਸੰਪਰਦਾ ਦੀ ਮਰਿਆਦਾ ਸੀ। ਜੇ ਇੰਨੇ ਸਾਲ ਲਾ ਕੇ ਵੀ ਅਸੀਂ ਉਹਨੂੰ ਅੱਜ ਕਹੀ ਜਾਈਏ ਵੀ ਕਮੇਟੀ ਦੀ ਮਰਿਆਦਾ ਹੈ, ਇਹ ਫਲਾਣੀ ਮਰਿਆਦਾ ਹੈ, ਫਲਾਣੀ ਮਰਿਆਦਾ ਹੈ, ਇਹ ਸਾਡੀ ਬਦਕਿਸਮਤੀ ਹੈ। ਸਿੱਖ ਰਹਿਤ ਮਰਿਆਦਾ ਦੀ ਲੋੜ ਤੇ ਇਸ ਨੂੰ ਹੁਣ ਵੀ ਕਾਇਮ ਰੱਖਣ ਬਾਰੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਬਾਅਦ ਜਿਉਂ-ਜਿਉਂ ਇਤਿਹਾਸਕ ਗੁਰਦੁਆਰਾ ਸਾਹਿਬ ਪੰਥਕ ਪ੍ਰਬੰਧ ਹੇਠ ਆਉਂਦੇ ਗਏ ਤਾਂ ਇਹ ਵੇਖਿਆ ਗਿਆ ਕਿ ਹਰ ਗੁਰਦੁਆਰੇ ਦੀ ਮਰਿਆਦਾ ਦੀ ਭਿੰਨਤਾ ਸੀ। ਮੈਂ ਇੱਥੇ ਹੁਣ ਫਿਰ ਦੱਸਿਆ ਵੀ ਕਿਉਂ ਪੰਥ ਨੇ ਇੰਨਾ ਜ਼ੋਰ ਲਾਇਆ। ਪੰਥ ਨੇ 18 ਸਾਲ ਦੀ ਕੀਮਤੀ ਜਾਂ ਇਹ ਕਹਿ ਲਓ 1910 ਤੋਂ ਚੀਫ ਖਾਲਸਾ ਦੀਵਾਨ ਨੇ ਵੀ ਇਹ ਮਰਿਆਦਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਪੰਥਕ ਤੌਰ ਤੇ ਯਤਨ ਨਹੀਂ ਸੀ ਹੋਇਆ, ਭਾਵੇਂ ਇੱਕ ਜੱਥੇ ਬੰਦੇ ਵੱਲੋਂ ਹੋਇਆ ਸੀ, ਲੇਕਿਨ ਯਤਨ ਤਾਂ ਸ਼ੁਰੂ ਹੋ ਗਏ ਸਨ। ਪਰ ਜਿਹਨੂੰ ਉਹ ਸਾਰੀਆਂ ਰਾਵਾਂ ਨੂੰ ਜਿਹੜੀ ਪੰਥਕ ਜਥੇਬੰਦੀ ਨੇ ਹੀ ਪ੍ਰਵਾਨ ਕਰ ਲਿਆ, ਅੱਗੇ ਲੈ ਲਈਆਂ ਗਈਆਂ, ਉਹਨਾਂ ਤੇ ਵਿਚਾਰ ਹੁੰਦੀ ਰਹੀ, ਉਹ 'ਚ ਸੋਧਾਂ ਹੋਈਆਂ ਜਾਂ ਜੋ ਵੀ ਹੋਇਆ ਇਹ ਸੀ। ਜੇਕਰ ਇਹ ਮਰਿਆਦਾ ਨਾ ਬਣਦੀ ਤਾਂ ਅੱਜ ਕਹਿੰਦੇ ਇੱਕ ਕਹਾਵਤ ਹੈਗਾ, ਜਿੰਨੇ ਪੂਰਬੀ ਉਹਨੇ ਚੁੱਲ੍ਹੇ, ਇੱਕ ਆਮ ਕਹਾਵਤ ਆਉਂਦੀ ਹੈ। ਜੋਸ਼ ਸਾਹਿਬ ਜੀ, ਸਾਹਿਬ ਮਹਿੰਦਰ ਸਿੰਘ ਜੀ ਜੋਸ਼ ਇਹ ਕਹਾਵਤ ਵਰਤਦੇ ਹੁੰਦੇ ਸਨ, ਜੋ ਸਾਡੇ ਫਾਊਂਡਰ ਮੈਂਬਰਾਂ ਵਿੱਚੋਂ ਸਨ, ਅੱਜ ਦੁਨੀਆ 'ਚ ਨਹੀਂ। ਉਹ ਕਹਿੰਦੇ ਤੇ ਜਿੰਨੇ ਪੂਰਬੀ ਉਹਨੇ ਚੁੱਲ੍ਹੇ, ਭਾਵ ਅੱਜ ਪੰਥ ਜੇ ਹਰ ਬੰਦਾ ਆਪੋ ਆਪਣਾ ਹੀ ਡਫਲੀ ਵਜਾਉਂਦਾ ਹੁੰਦਾ। ਜਾਂ ਕਹਿ ਸਕਦੇ ਸਾਂ, ਇਹ ਕਹਿ ਸਕਦੇ ਹਾਂ ਕਿ ਅਗਰ ਇਹ ਮਰਿਆਦਾ ਨਾ ਬਣਦੀ ਤਾਂ ਪੰਥ ਜਿਹੜਾ ਸੀ ਉਹ ਕਦੀ ਵੀ ਇੱਕ ਲੀਹ ਉੱਤੇ ਨਾ ਤੁਰ ਸਕਦਾ, ਸਗੋਂ ਖੇਰੂ ਖੇਰੂ ਹੋ ਕੇ ਅੱਜ ਤੁਰਿਆ ਫਿਰਦਾ। ਹਰ ਗੁਰਦੁਆਰੇ ਦੀ ਮਰਿਆਦਾ ਵੱਖਰੀ ਹੁੰਦੀ, ਹਰੋ ਰੀਤਾਂ ਰਸਮਾਂ, ਇਹ ਕਹਿ ਲਈਏ ਕੜਾ ਪ੍ਰਸ਼ਾਦ ਤੇ ਲੰਗਰ ਵੀ ਵੱਖਰੇ ਵੱਖਰੇ ਹੁੰਦੇ। ਹਾਲੇ ਵੀ ਕਈ ਥਾਂ ਤੇ ਇਹ ਕੰਮ ਚੱਲਦੀ ਹੋਏਗੀ, ਪਰ ਮਰਿਆਦਾ ਮੁਤਾਬਕ ਜੇ ਅਸੀਂ ਸਮਝੀਏ ਤਾਂ ਫਿਰ ਕੇਵਲ ਕੜਾ ਪ੍ਰਸ਼ਾਦ ਹੀ ਪ੍ਰਵਾਨਿਤ ਪ੍ਰਸ਼ਾਦ ਮੰਨਿਆ ਜਾਂਦਾ ਹੈ। ਕੜਾ ਪ੍ਰਸ਼ਾਦ ਹੀ, ਹੋਰ ਤਾਂ ਹੋਰ
ਜੇ ਇਹ ਰਹਿਤ ਮਰਿਆਦਾ ਨਾ ਬਣਦੀ ਤਾਂ ਫਿਰ ਇਹ ਗੁਰਦੁਆਰੇ ਸਿੰਘ ਸਭਾ ਦੀ ਥਾਂ ਤੇ ਹਰ ਜਾਤ ਬਰਾਦਰੀ ਜਿਹੜਾ ਵੀ ਬੰਦਾ ਉੱਠਦਾ ਉਹ ਆਪਣਾ ਜਾਤ ਬਰਾਦਰੀ ਦਾ ਗੁਰਦੁਆਰਾ ਬਣਾ ਕੇ ਬੈਠ ਜਾਂਦਾ। ਜੇ ਮੈਂ ਗੁਰਦੁਆਰਾ ਬਣਾਇਆ ਤਾਂ ਮੈਂ ਆਪਣੀ ਜਾਤ ਦਾ ਬਣਾ ਲੈਂਦਾ, ਦੂਜੇ ਨੇ ਬਣਾਇਆ ਤਾਂ ਆਪਣੀ ਜਾਤ ਦਾ ਬਣਾ ਲੈਂਦਾ। ਘਰ ਘਰ ਮੀਆਂ ਸਭਨਾਂ ਦੀਆਂ ਵਾਲੀ ਗੱਲ ਬੋਲੀ ਔਰ ਤੁਮਾਰੀ ਦੀ ਕਹਾਣੀ ਜਿਹੜੀ ਸੀ ਉਹ ਜਿਹੜੀ ਉਹ ਚੱਲਦੀ ਜਾਂਦੀ ਸੀ। ਇਹਦੇ 'ਚ ਕੋਈ ਵੀ ਝੂਠ ਨਹੀਂ ਹੈ ਜਾਂ ਅਤਕਥਨੀ ਨਹੀਂ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਇਹ ਗੱਲ ਖਿਆਲ ਕਰਨਾ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਵਿੱਚੋਂ ਸਾਨੂੰ ਅਕਾਲ ਤਖਤ ਮਿਲਿਆ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵਿੱਚੋਂ ਸਾਨੂੰ ਅਕਾਲ ਤਖਤ ਦਾ ਵਾਰਸ ਪੰਥ ਮਿਲਿਆ ਹੈ। ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਸਿਰਜਣਾ ਕੀਤੀ ਖਾਲਸਾ ਪੰਥ ਦੀ, ਤਾਂ ਕਲਗੀਧਰ ਪਿਤਾ ਜੀ ਨੇ ਉਹ ਸਾਨੂੰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਗੁਰੂ ਪੰਥ ਦਿੱਤਾ। ਇਸੇ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਤੇ ਨਨਕਾਣਾ ਸਾਹਿਬ ਵਿਖੇ ਹੋਈਆਂ ਪੰਥ ਦੀਆਂ ਅਥਾਕ ਕੁਰਬਾਨੀਆਂ ਜਾਂ ਇਹ ਕਹਿ ਲਓ ਸਿੱਖ ਪੰਥ ਵੱਲੋਂ ਕੀਤੀਆਂ ਅਥਾਹ ਕੁਰਬਾਨੀਆਂ ਨੇ ਪੰਥ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ ਤੇ ਸ਼੍ਰੋਮਣੀ ਕਮੇਟੀ ਦਾ ਕਾਰਜ ਖੇਤਰ ਜੋ ਉਸ ਵੇਲੇ ਪੂਰੇ ਪੰਜਾਬ ਅਨਵੱਡੇ ਪੰਜਾਬ ਵਿੱਚ ਸੀ ਉਹ ਪੂਰੀ ਖਾਲਸਾ ਪੰਥ ਦੀ ਉਸ ਵੇਲੇ ਨੁਮਾਇੰਦਗੀ ਕਰਦੀ ਸੀ। ਇੱਕ ਸ਼੍ਰੋਮਣੀ ਜੱਥਾ ਜਾਂ ਪ੍ਰਤੀਨਿਧ ਇਕੱਠ ਨੂੰ ਉਸ ਵੇਲੇ ਕਿਹਾ ਜਾਂਦਾ ਸੀ। ਕੁਰਬਾਨੀਆਂ ਦੇ ਪੰਥਕ ਜਜ਼ਬੇ ਸ਼੍ਰੋਮਣੀ ਇਹ ਕਹਿ ਲਈਏ ਕਿ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਾਰਗੁਜ਼ਾਰ ਸਨ ਉਹਨਾਂ ਅੰਦਰ ਪੰਥਕ ਜਜ਼ਬਾ ਹੋਣ ਕਰਕੇ ਉਹਨਾਂ ਨੇ ਸਿੱਖ ਕੌਮ ਦੀ ਝੋਲੀ ਵਿੱਚ ਸਾਧਨ ਪ੍ਰਦਾਨ ਕਰਕੇ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹ ਪਾਈ ਹੈ। ਤਾਂ ਇਹ ਸਿੱਖ ਰਹਿਤ ਮਰਿਆਦਾ ਪੰਥ ਵੱਲੋਂ ਪੰਥ ਵਾਸਤੇ ਤੇ ਪੰਥ ਦਾ ਇੱਕ ਦਸਤਾਵੇਜ਼ ਹੈ। ਬਾਰ-ਬਾਰ ਇਹ ਗੱਲ ਮੈਂ ਰਿਪੀਟ ਕਰ ਰਿਹਾ ਵੀ ਕਿਸੇ ਜਾਤੀ ਦੀ ਨਹੀਂ, ਕਿਸੇ ਵਿਅਕਤੀ ਦੀ ਨਹੀਂ, ਕਿਸੇ ਆਮ ਮਨੁੱਖ ਦੀ ਨਹੀਂ, ਇਹ ਤਾਂ ਪੰਥਕ ਦਸਤਾਵੇਜ਼ ਹੈ ਤੇ ਪੰਥ ਵੱਲੋਂ ਹੈ ਤੇ ਪੰਥ ਦੇ ਹੀ ਜਿਹੜੇ ਇਹ ਪ੍ਰਵਾਨਗੀ ਜਿਹੜੀ ਹੈ ਉਹ ਸਾਨੂੰ ਦਿੱਤੀ ਹੈ। ਤੋ ਇਹ ਇੱਕ ਇਤਿਹਾਸ ਹੈ ਸਿੱਖ ਰਹਿਤ ਮਰਿਆਦਾ ਦਾ ਜਿਹਨੂੰ ਅਸੀਂ ਪਿਛਲੇ ਕਾਫੀ ਦੇਰ ਤੋਂ ਹੀ ਇਹ ਵਿਚਾਰਦੇ ਆਉਂਦੇ ਹਾਂ। ਹੁਣ ਅਸੀਂ ਵਿਚਾਰਦੇ ਹਾਂ ਵੀ ਜੇ ਅਸੀਂ ਸਰਦਾਰ ਤੇਜਾ ਸਿੰਘ ਜੀ ਦੇ ਕਨਵੀਨਰ ਸੀ ਨਾ, ਇਹ ਕਹਿ ਸਕਦੇ ਹਾਂ ਕਿ ਉਹ ਰੇਲ ਗੱਡੀ ਦੇ ਇੱਕ ਇੰਜਨ ਵਾਂਗੂ ਸਨ। ਉਹਨਾਂ ਨੇ ਬੜਾ ਜ਼ੋਰ ਲਾਇਆ, ਬੜੀ ਕੁਰਬਾਨੀ ਕੀਤੀ, ਬੜੀ ਮਿਹਨਤ ਕੀਤੀ ਹੈ ਜਿਹੜੇ ਕਨਵੀਨਰ ਤੇਜਾ ਸਿੰਘ ਸੀ ਰੋਹ ਰੀਤੀ ਕਮੇਟੀ ਦੇ ਬਣਾਏ ਗਏ। ਰੋਹ ਰੀਤੀ ਦੇ ਕਮੇਟੀ ਤੇਜਾ ਸਿੰਘ ਜੀ ਨੇ ਇਹ ਕਹਿ ਲਓ ਕਿ ਗੱਡੀ ਨੂੰ ਖਿੱਚਿਆ ਵੀ ਤੇ ਗੱਡੀ ਨੂੰ ਲੀਹ ਤੇ ਵੀ ਪਾਇਆ। ਇਸ ਇੰਨੀ ਕੁਰਬਾਨੀ ਉਹਨਾਂ ਦੀ ਹੈ। ਜੇ ਤੇਜਾ ਸਿੰਘ ਜੀ ਦੀ ਗੱਲ ਅਸੀਂ ਕਰਦੇ ਹਾਂ, ਉਹਨਾਂ ਨੇ ਗੱਡੀ ਨੂੰ ਖਿੱਚਿਆ ਵੀ ਹੈ ਤੇ ਗੱਡੀ ਨੂੰ ਉਹਨਾਂ ਨੇ ਲਾਈਨ ਦੇ ਉੱਤੇ ਵੀ ਪਾਇਆ ਹੈ। ਤੋ ਇਹ ਹੁਣ ਜੇ ਅਸੀਂ ਪੜ੍ਹਦੇ ਹਾਂ ਕਿਤਾਬਾਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹਦੇ ਹਾਂ ਤਾਂ ਉਹਦੇ ਪਹਿਲੇ ਜਿਹੜੇ ਪੰਨੇ ਤਕਰੀਬਨ 8 ਪੰਨੇ ਜਿਹੜੇ ਹਨ ਉਹ ਸਾਰੀ ਹਿਸਟਰੀ ਵਿੱਚ ਲਿਖੀ ਹੈ, ਪਰ ਇਸ ਤਰ੍ਹਾਂ ਨਹੀਂ ਲਿਖੀ ਜਿਹੜੀ ਜਿਸ ਤਰ੍ਹਾਂ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ। ਹੁਣ ਆਪਾਂ ਵਿਚਾਰ ਕਰੀਏ ਕਿ ਸਿੱਖ ਰਹਿਤ ਮਰਿਆਦਾ ਦੇ ਸਰੋਤ ਕੀ ਹਨ, ਕਿੱਥੋਂ ਬਣੀ ਹੈ, ਕਿਹੜੀ ਚੀਜ਼ਾਂ ਦੇ ਸਰੋਤ ਲੈ ਕੇ ਸਿੱਖ ਰਹਿਤ ਮਰਿਆਦਾ ਬਣਾਈ। ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕਰਨ ਤੇ ਉਹਦੇ ਵਿੱਚ ਸੋਧਾਂ ਨਾਲ ਸੰਬੰਧਿਤ ਸਾਰਾ ਕਾਗਜ਼ ਪੱਤਰ ਜੂਨ 1984 ਵਿੱਚ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੀ ਭੇਟਾ ਚੜ ਗਿਆ। ਫਿਰ ਦੇਖੋ ਸਾਡੇ ਕੌਮ ਦਾ ਨੁਕਸਾਨ ਕਿੰਨਾ ਹੋਇਆ ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ। ਪਰ ਕੁਝ ਬਜ਼ੁਰਗਾਂ ਨੇ ਜਿਨ੍ਹਾਂ ਨੇ ਇਸ ਦੀ ਤਿਆਰੀ ਵਿੱਚ ਕਿਸੇ ਤਰ੍ਹਾਂ ਦਾ ਵੀ ਹਿੱਸਾ ਲਿਆ ਸੀ, ਉਹਨਾਂ ਦੀ ਜ਼ਬਾਨੀ ਤੇ ਲਿਖਤੀ ਜਾਣਕਾਰੀ ਤੇ ਅਤੇ ਸਿੱਖ ਰਹਿਤ ਮਰਿਆਦਾ ਦੀਆਂ ਅੰਦਰਲੀਆਂ ਗਵਾਹੀਆਂ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਹਦੀ ਤਿਆਰੀ ਸਮੇਂ ਗੁਰਬਾਣੀ ਤੋਂ ਇਲਾਵਾ ਹੋਰ ਅਨੇਕਾਂ ਹੀ ਸਰੋਤਾਂ ਦੀ ਸਹਾਇਤਾ ਵੀ ਲਈ ਗਈ ਹੈ। ਤੇ ਉਹਦੇ ਜਿਹੜੇ ਆਧਾਰ ਕੀ ਹੈ, ਸੋਮੇ ਕੀ ਹਨ, ਸਰੋਤ ਕਿਹੜੇ ਹਨ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਕਲਗੀਧਰ ਪਾਤਸ਼ਾਹ ਜੀ ਦੀ ਪਰਮਾਨਿਕ ਜੋ ਮੰਨੀ ਜਾ ਰਹੀ ਹੈ ਉਹ ਬਾਣੀ, ਭਾਈ ਗੁਰਦਾਸ ਜੀ ਦੀ ਰਚਨਾ ਤੇ ਭਾਈ ਨੰਦ ਲਾਲ ਜੀ ਦੀ ਰਚਨਾ, ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਦੋਂ ਗੱਲ ਕਰਦੇ ਹਾਂ, ਚਵਰ ਸਦੇ ਮਾਲਕ ਜੁਗੋ ਜੁਗੋ ਅਟਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਰਹਿਤ ਮਰਿਆਦਾ ਦਾ ਪ੍ਰਮੁੱਖ ਸੋਮਾ ਹੈ। ਇਹ ਗੱਲ ਗੁਰਬਖਸ਼ ਸਿੰਘ ਜੀ ਗੁਲਸ਼ਨ ਜੀ ਨੇ ਦਰਪਨ ਸਿੱਖ ਰਹਿਤ ਮਰਿਆਦਾ ਦੀ ਪੁਸਤਕ ਵਿੱਚ ਇਨ ਬਿਨ ਲਿਖੀ ਹੈ, ਜੋ ਮੈਂ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ। ਉਹਨਾਂ ਦੀ ਪੁਸਤਕ ਵਿੱਚੋਂ ਇਹ ਸਾਨੂੰ ਚੀਜ਼ਾਂ ਮਿਲਦੀਆਂ ਹਨ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਜੁਗਤ ਹੀ ਨਿਸ਼ਚਿਤ ਕਰਦੀ ਹੈ
ਇਸ ਤਰ੍ਹਾਂ ਹਰ ਧਾਰਾ ਨਿਯਮ ਮੁੱਢਲਾ ਆਧਾਰ ਦਾ ਮੁੱਢਲਾ ਆਧਾਰ ਕੇਵਲ ਗੁਰਬਾਣੀ ਹੈ। ਹੋ ਸਕਦਾ ਹੈ ਕਿਤੇ ਹੋਰ ਸਰੋਤਾਂ ਦੀ ਵੀ ਜਿਹੜੀ ਹੈ, ਇਹ ਮੈਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀ, ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਨਾਤਨੀ ਗ੍ਰੰਥਾਂ ਦਾ ਵੀ ਕੁਝ ਅਧਿਐਨ ਕਰਨਾ ਪੈਂਦਾ ਹੈ, ਕਿਉਂਕਿ ਅੱਗੇ ਕੁਝ ਟਰਮਸ ਇਦਾਂ ਦੀਆਂ ਆਉਣਗੀਆਂ ਜਿਹੜੀਆਂ ਸਾਨੂੰ ਸ਼ਾਇਦ ਆਮ ਬੋਲੀ ਵਿੱਚ ਨਾ ਹੋਣ। ਉਹਨੂੰ ਆਪਾਂ ਅੱਗੇ ਜਦੋਂ ਹੋਣਗੇ ਉਹਦਾ ਵਿਚਾਰ ਕਰਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ 6 ਗੁਰੂ ਸਾਹਿਬਾਨ ਜੀ ਦੀ ਬਾਣੀ, 15 ਭਗਤਾਂ ਜੀ ਦੀ 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ ਔਰ 3 ਗੁਰਸਿੱਖਾਂ ਦੀ ਬਾਣੀ, ਬਾਬਾ ਸੁੰਦਰ ਜੀ, ਰਾਏ ਬਲਵੰਤ ਜੀ ਤੇ ਸੱਤਾ ਜਿਹੜੀ 3 ਹਨ, ਇਹਨਾਂ ਦੀ ਬਾਣੀ ਜਿਹੜੀ ਹੈ ਇਹ ਦਰਜ ਹੈ। ਕੁਝ ਲੋਕ ਵਿਦਵਾਨ 4 ਕਹਿੰਦੇ ਨੇ, ਗਲਤ ਹੈ। ਭਾਈ ਮਰਦਾਨਾ ਜੀ ਨੇ ਕੋਈ ਰਚਨਾ ਆਪਣੀ ਨਹੀਂ ਕੀਤੀ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਆਪ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਜਾਂ ਉਹਨਾਂ ਦਾ ਨਾਮ ਵਰਤਿਆ, ਉਹ ਸ਼ਲੋਕ ਉਚਾਰਨ ਕੀਤੇ ਹਨ। ਜਿਵੇਂ ਸਲੋਕਾਂ ਦੇ ਵਿੱਚ ਵੀ ਜਾਂ ਸ਼ਬਦਾਂ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਨੇ ਜਾਂ ਬਾਕੀ ਗੁਰੂ ਸਾਹਿਬਾਨ ਦੇ ਸ਼ਲੋਕ ਦਰਜ ਕਰ ਦਿੱਤੇ, ਜਾਂ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਨਾਮ ਵੀ ਆਪਣੇ ਵੱਲੋਂ ਵੀ ਸ਼ਲੋਕ ਉਚਾਰਨ ਕੀਤੇ, ਉੱਥੇ ਵੀ ਨਾਮ ਭਗਤ ਜੀ ਦਾ ਹੀ ਵਰਤਿਆ ਹੈ, ਤਾਂ ਕਿ ਇਹ ਨਾ ਲੱਗੇ ਵੀ ਭਗਤ ਜੀ ਨੂੰ ਕੋਈ ਨੀਵਾਂ ਕਰਨ ਦਾ ਯਤਨ ਕੀਤਾ ਗਿਆ ਜਾਂ ਛੁਟਾਉਣ ਦਾ ਯਤਨ ਕੀਤਾ ਗਿਆ। ਸਿਰਫ ਹੋਰ ਕਲੈਰਿਟੀ ਦੇ ਲਈ ਉਹਨਾਂ ਨੇ ਨਾਮ ਜਿਹੜੇ ਹਨ ਭਗਤਾਂ ਦੇ ਵਰਤ ਕੇ ਹੀ ਆਪਣੇ ਸ਼ਬਦਾਂ ਦੇ ਉਚਾਰਨ ਵੀ ਕੀਤੇ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਭਾਈ ਮਰਦਾਨਾ ਜੀ ਦੇ ਨਾਮ ਦੇ ਉੱਤੇ ਜਿਹੜੇ ਸ਼ਲੋਕ ਦਰਜ ਕੀਤੇ ਹਨ। ਦਸ਼ਮੇਸ਼ ਦੀ ਬਾਣੀ ਜਿਹੜੀ, ਉਹਦੇ ਬਾਰੇ ਬਹੁਤ ਮਤਭੇਦ ਹਨ। ਸ਼ੁਰੂ ਤੋਂ ਹੀ ਜਦੋਂ ਤੋਂ ਹੀ ਦਸਮ ਗ੍ਰੰਥ ਬਣਿਆ ਹੈ, ਇਹਦੇ ਤਿੰਨ ਤਰ੍ਹਾਂ ਦੇ ਵਿਚਾਰ ਆਉਂਦੇ ਨੇ। ਇੱਕ ਤਾਂ ਕੁਝ ਐਸੇ ਲੋਕ ਨੇ ਜਿਹੜੇ ਸਮੁੱਚੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕ੍ਰਿਤ ਮੰਨਦੇ ਹਨ। ਇੱਕ ਐਸੇ ਹਨ ਜਿਹੜੇ ਬਿਲਕੁਲ ਹੀ 1% ਨੂੰ ਵੀ ਗੁਰੂ ਕ੍ਰਿਤ ਨਹੀਂ ਮੰਨਦੇ, ਤੇ ਤੀਜੇ ਹਨ ਜਿਹੜੇ ਕੁਝ ਕੇ ਹਿੱਸੇ ਨੂੰ, ਜਿਹਨੂੰ ਅਕਾਲ ਉਸਤ ਦਾ ਹਿੱਸਾ ਅਸੀਂ ਕਹਿ ਦਿੰਦੇ ਹਾਂ, ਉਹਨੂੰ ਹੀ ਇਹ ਗੁਰੂ ਕ੍ਰਿਤ ਮੰਨਦੇ ਹਨ, ਬਾਕੀ ਨੂੰ ਨਹੀਂ ਮੰਨਦੇ। ਤਾਂ ਸਿੱਖ ਰਹਿਤ ਮਰਿਆਦਾ ਦੀ ਵਿਆਖਿਆ ਦੌਰਾਨ ਕੇਵਲ ਉਹਨਾਂ ਬਾਣੀਆਂ ਦਾ ਹੀ ਹਵਾਲਾ ਇਹ ਗੱਲ ਕਰਾਂਗੇ ਜਿਹੜੀ ਪੰਥ ਨੇ ਪ੍ਰਵਾਨ ਕਰ ਲਈ ਹੈ। ਦੂਜੀਆਂ ਦਾ ਅਸੀਂ ਜ਼ਿਕਰ ਇੱਥੇ ਨਹੀਂ ਕਰਾਂਗੇ, ਕਿਉਂਕਿ ਇਹਦੇ ਬਾਰੇ ਮਤਭੇਦ ਹਨ। ਅਸੀਂ ਕਿਸੇ ਤਰ੍ਹਾਂ ਦੇ ਵਾਦ ਵਿਵਾਦ ਜਾਂ ਮਤਭੇਦ ਤੇ ਵਿਸ਼ਵਾਸ ਨਹੀਂ ਰੱਖਦੇ। ਅਸੀਂ ਤਾਂ ਕੌਮ ਨੂੰ ਇੱਕ ਲੜੀ ਵਿੱਚ ਪਰਾ ਕੇ ਪਰੋਈ ਹੋਈ ਦੇਖਣਾ ਚਾਹੁੰਦੇ ਹਾਂ, ਇੱਕ ਲੜੀ ਵਿੱਚ ਹੀ ਉਹਨੂੰ ਚੱਲਣਾ ਚਾਹੁੰਦੇ ਹਾਂ। ਆਪਸੀ ਮਤਭੇਦਾਂ ਨੂੰ ਭੁਲਾ ਕੇ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਜੋ ਵੀ ਸਾਨੂੰ ਪੰਥ ਪੁਰਾਣ ਮਰਿਆਦਾ ਅਨੁਸਾਰ ਹੈ, ਇੰਨੇ ਕੁ ਤੱਕ ਹੀ ਸਬਰ ਕਰ ਲਈਏ। ਇਸ ਤੋਂ ਅੱਗੇ ਨਾ ਉਹਨਾਂ ਨੂੰ ਡੰਡੇ ਦੇ ਜ਼ੋਰ ਨਾਲ ਮਨਾਉਣਾ ਚਾਹੀਦਾ ਤੇ ਨਾ ਵਿਰੋਧੀਆਂ ਨੂੰ ਡੰਡੇ ਦੇ ਜ਼ੋਰ ਦੇ ਨਾਲ ਉਹਨੂੰ ਰੱਦ ਕਰ ਦੇਣਾ ਚਾਹੀਦਾ। ਇਹ ਮੇਰੀ ਬੇਨਤੀ ਹੈ ਸਾਰੇ ਪੰਥ ਨੂੰ। ਇਸ ਸਟੇਜ ਤੋਂ ਜਾਂ ਇਸ ਅੱਜ ਦੀ ਇਸ ਵਿਚਾਰ ਵਿੱਚ ਕਰ ਰਿਹਾ ਹਾਂ ਕਿ ਡੰਡੇ ਦੇ ਜ਼ੋਰ ਨਾਲ ਸਮੁੱਚੀ ਰਚਨਾ ਨੂੰ ਮਨਾਇਆ ਨਹੀਂ ਜਾ ਸਕਦਾ, ਤੇ ਡੰਡੇ ਦੇ ਜ਼ੋਰ ਨਾਲ ਕਦੀ ਸਮੁੱਚੀ ਰਚਨਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹਦੇ ਨਾਲ ਵਿਚਾਰਾਂ ਦੀ ਲੋੜ ਹੈ। ਵਿਚਾਰ ਕਰ ਲਓ, ਬੈਠ ਲਓ। ਤਿੰਨੇ ਧਿਰਾਂ ਜਿਹੜੀਆਂ ਰੱਦ ਕਰਦੀਆਂ ਹਨ ਉਹ ਵੀ, ਜਾਂ ਜਿਹੜੀ ਮੰਨਦੀਆਂ ਹਨ ਉਹ ਵੀ, ਤੇ ਜਿਹੜੀ ਥੋੜੀ ਬਹੁਤੇ ਵੀ ਮੰਨਣ ਵਾਲੇ ਹਨ ਉਹ ਵੀ ਬੈਠ ਕੇ ਕੋਈ ਸਾਂਝਾ ਯਤਨ ਬਣਾ ਲੈਣ, ਜਿਹਦੇ ਨਾਲ ਪੰਥ ਦੇ ਜਿਹੜੀ ਅੱਜ ਖੂਨ ਸਿੱਖ ਦਾ ਵੈਰੀ ਹੋ ਗਿਆ, ਖੂਨ ਦਾ ਪਿਆਸਾ ਹੋ ਗਿਆ ਸਿਰਫ ਇਸ ਗ੍ਰੰਥ ਕਰਕੇ ਹੀ, ਉਹ ਸਾਡੇ ਚੋਂ ਦੁਬਿਧਾ ਖਤਮ ਹੋ ਜਾਏ। ਅਸੀਂ ਫਿਰ ਇੱਕ ਸਾਰਤਾ ਦੇ ਇੱਕ ਝੰਡੇ ਥੱਲੇ, ਇੱਕ ਗ੍ਰੰਥ ਥੱਲੇ, ਇੱਕ ਪੰਥ ਥੱਲੇ ਇਕੱਠੇ ਹੋ ਸਕੀਏ। ਇਹ ਮੇਰੀ ਬੇਨਤੀ ਹੈ। ਦੂਜਾ ਹੈ ਭਾਈ ਗੁਰਦਾਸ ਜੀ ਦੀ ਰਚਨਾ। ਭਾਈ ਗੁਰਦਾਸ ਜੀ ਮਹਾਨ ਵਿਦਵਾਨ, ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ, ਭਾਈ ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਕੋਲ ਲਿਖਾਈ। ਉਹ ਜਿੱਥੇ ਲਿਖਾਰੀ ਸਨ ਉੱਥੇ ਵਿਆਖਿਆਕਾਰ ਵੀ ਸਨ, ਕਿਉਂਕਿ ਉਹਨਾਂ ਦੀਆਂ ਰਚਨਾਵਾਂ ਬੜੀਆਂ ਖੂਬਸੂਰਤ ਹਨ। ਇਹ ਸਿਧਾਂਤਾਂ ਦੇ ਬੜੇ ਖੂਬਸੂਰਤੀ ਵਿਆਖਿਆ ਇਹਨਾਂ ਨੇ ਕੀਤੀ ਹੈ। ਜਿਹੜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤਾ ਦੇ ਰੂਪ ਵਿੱਚ ਉਹਨਾਂ ਦੀਆਂ ਰਚਨਾਵਾਂ ਸਾਨੂੰ ਮਿਲਦੀਆਂ ਹਨ। ਕਵਿਤ ਔਖੇ ਹਨ, ਬ੍ਰਿਜ ਭਾਸ਼ਾ ਵਿੱਚ ਹਨ। ਕੁਝ ਤਾਂ ਵਾਰਾਂ ਤਾਂ ਠੇਠ ਪੰਜਾਬੀ ਦੇ ਵਿੱਚ ਹਨ, ਉਹ ਤਾਂ ਸਮਝਣੀਆਂ ਬਹੁਤੀਆਂ ਔਖੀਆਂ ਨਹੀਂ ਹਨ, ਪਰ ਉਹਦੇ ਵਿੱਚ ਕੁਝ ਉਦਾਹਰਨਾਂ ਐਗਜ਼ਾਮਪਲਸ ਇਹੋ ਜਿਹੀਆਂ ਹਨ ਜਿਹੜੀਆਂ ਸ਼ਾਇਦ ਅੱਜ ਦੇ ਅਸੀਂ ਸੁਣੀਆਂ ਹੀ ਨਹੀਂ ਹਨ। ਉਹਨੂੰ ਸਾਨੂੰ ਸਮਝਣ ਲੱਗਿਆ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ। ਲੇਕਿਨ ਕਵਿਤ ਜਿਹੜੇ ਬ੍ਰਿਜ ਭਾਸ਼ਾ ਦੇ ਵਿੱਚ ਹਨ, ਜਾਂ ਸੋਈਏ ਜਾਂ ਕਵਿਤ ਸੋਈਏ ਉਹਨਾਂ ਨੂੰ ਕਹਿੰਦੇ ਨੇ, ਉਹ ਬ੍ਰਿਜ ਭਾਸ਼ਾ ਵਰਤੀ ਗਈ ਹੈ। ਤੇ ਆਮ ਤੌਰ ਤੇ ਇਹ ਵੀ ਗੱਲ ਕਹਿ ਜਾਂਦੇ ਆ ਕਿ ਜੇ ਸਿਧਾਂਤ ਨੂੰ ਹੋਰ ਸਮਝਣਾ ਹੋਵੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ, ਤਾਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਸਾਨੂੰ ਪੜ੍ਹਨਾ ਚਾਹੀਦਾ ਹੈ, ਤੇ ਪੜ੍ਹਨਾ ਚਾਹੀਦਾ ਵੀ ਹੈ। ਸਾਡੇ ਤੋਂ ਵੈਸੇ ਪੜ੍ਹਨ ਦੀ ਰੁਚੀ ਕੋਈ ਨਹੀਂ, ਅਸੀਂ ਪੜ੍ਹਦੇ ਕੋਈ ਨਹੀਂ, ਗੱਲਾਂ ਅਸੀਂ ਜ਼ਿਆਦਾ ਕਰਦੇ ਹਾਂ। ਤੇ ਮੈਂ ਵੀ ਨਹੀਂ ਬਹੁਤਾ ਪੜ੍ਹਦਾ, ਲੇਕਿਨ ਥੋੜਾ ਜਿਹਾ
पता है जी सवेरे जाके बोलना है तो फिर पढ़ लीदा, अदरवाइज ना जे साडे कोल खाली टाइम भी होवे तां असीं कहने चलो छड्डो की पढ़न कर, ਇਹ ਪੜ੍ਹਨ ਦੀ ਰੁਚੀ ਸਾਡੇ 'ਚ ਨਹੀਂ। ਪਰ ਇੱਥੇ ਜਿਹੜੇ ਵੈਸਟਰਨ ਕਲਚਰ ਦੇ ਵਿੱਚ ਲੋਕੀ ਬਹੁਤ ਪੜ੍ਹਦੇ ਆ, ਇਹ 90-90 ਸਾਲ ਦੇ ਹੋ ਕੇ ਵੀ ਲੈਂਸ ਜਿਹਾ ਰੱਖ ਕੇ ਵੀ ਪੜ੍ਹਦੇ ਰਹਿੰਦੇ ਆ ਕਿਤਾਬਾਂ ਨੂੰ। ਮੈਂ ਦੇਖਿਆ ਇੱਥੇ ਕਈ ਏਦਾਂ ਦੇ ਮਿਲ ਜਾਂਦੇ ਆ ਜਿਹੜੇ 90-90 ਸਾਲ ਦੀ ਉਮਰ ਵੀ ਆ, ਲੇਕਿਨ ਕਿਤਾਬਾਂ ਜਿਹੜੀਆਂ ਪੜ੍ਹਨ ਦੀ ਰੁਚੀ ਉਹਨਾਂ ਦੇ ਵਿੱਚ ਖਤਮ ਨਹੀਂ। ਫਲਾਈਟ 'ਚ ਜਾਓ, ਬੈਠੋ ਤੇ ਨਾਲ ਕੋਈ ਇਹ ਸਾਥੀ ਇਹ ਮਿਲ ਜਾਏ ਤਾਂ ਉਹ ਕਿਤਾਬਾਂ ਖੋਲ ਕੇ ਬੈਠ ਜਾਂਦੇ ਆ, ਜਾਂ ਅੱਜ ਕੱਲ੍ਹ ਤਾਂ ਕੰਪਿਊਟਰ ਦੇ ਉੱਤੇ ਲੈਪਟਾਪ ਖੋਲ ਕੇ ਆਪਣਾ ਪੜ੍ਹਨ ਦੀ ਰੁਚੀ ਵੀ ਉਹਨਾਂ ਦੀ ਬਣ ਗਈ ਹੈ। ਈਵਨ ਮੋਬਾਈਲ ਤੋਂ ਵੀ ਪੜ੍ਹਿਆ ਜਾਂਦਾ ਹੈ। ਤੇ ਖੈਰ ਮੇਰਾ ਸਿਰਫ ਕਹਿਣ ਦਾ ਮਤਲਬ ਰੁਚੀ ਸਾਡੇ ਵਿੱਚ ਨਹੀਂ ਹੈ। ਜਿਹੜੀ ਚੀਜ਼ਾਂ ਅੱਜ ਭਾਈ ਗੁਰਦਾਸ ਜੀ ਅੱਜ ਜਿੰਨੇ ਵੀ ਆਪਾਂ ਬੈਠੇ ਆ, ਅੱਜ ਜਿੰਨੇ ਵੀ ਸ਼ਾਮਲ ਆ, ਕਦੀ ਦੇਖੀਏ ਸਾਡੇ ਵਿੱਚੋਂ ਕਿੰਨਿਆਂ ਨੇ ਵਾਰਾਂ ਪੜ੍ਹੀਆਂ, ਕਿੰਨਿਆਂ ਨੇ ਭਾਈ ਗੁਰਦਾਸ ਜੀ ਦੇ ਕਵਿਤ ਪੜ੍ਹਿਆ, ਜਾਂ ਇੱਥੋਂ ਹੀ ਕਹਿ ਲਵਾਂ ਮੈਂ ਇੱਕ ਹੋਰ ਵੀ ਸ਼ਬਦ ਵਾ ਲਵਾਂ, ਕਿੰਨੇ ਅਸੀਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਬੋਧ ਕਰਕੇ ਪੜ੍ਹਨ ਦਾ ਯਤਨ ਕੀਤਾ ਹੈ। ਪਾਠ ਤਾਂ ਸਹਿਜ ਪਾਠ ਕਰ ਲਿਆ ਹੋਏਗਾ, ਲੇਕਿਨ ਅਰਥਬੋਧ ਸਮਝ ਕੇ ਅਸੀਂ ਯਤਨ ਨਹੀਂ ਕੀਤਾ। ਤੇ ਸਾਡੀ ਕੁਝ ਦੁਖਦੀ ਹੋਈ ਰਗ ਹੈ, ਉਹਦੇ ਤੇ ਹੱਥ ਮੈਂ ਰੱਖਿਆ ਗਿਆ ਮੇਰੇ ਕੋਲੋਂ, ਪਰ ਹੈ ਸੱਚਾਈ ਵੀ ਜੋ ਅਸੀਂ ਜਿੱਤੋਂ ਅਸੀਂ ਮੁਨੱਕਰ ਨਹੀਂ ਹੋ ਸਕਦੇ, ਜਿਹਨੂੰ ਅਸੀਂ ਛੱਡ ਨਹੀਂ ਸਕਦੇ। ਅੱਗੇ ਭਾਈ ਨੰਦ ਲਾਲ ਜੀ ਦੀ ਰਚਨਾ ਹੈ। ਭਾਈ ਨੰਦ ਲਾਲ ਸਿੰਘ ਜੀ ਕਿਆ ਗੁਰੂ ਪਿਆਰ ਦੇ ਵਿੱਚ, ਗੁਰੂ ਪਿਆਰ ਵਿੱਚ ਰੰਗੀ ਹੋਈ ਇੱਕ ਆਤਮਾ ਹੈ, ਰੰਗੀ ਹੋਈ ਰੂਹ ਭਾਈ ਨੰਦ ਲਾਲ ਸਿੰਘ ਜੀ। ਕਦੀ ਪੜ੍ਹ ਕੇ ਦੇਖੀ ਉਹਨਾਂ ਦੀਆਂ ਰਚਨਾਵਾਂ। ਉਹਨਾਂ ਨੇ ਫਾਰਸੀ ਵਿੱਚ ਤਸਵੀਫੇ ਸਨਾ, ਦੀਵਾਨ ਗੋਇਆ, ਜ਼ਿੰਦਗੀਨਾਮਾ, ਗੰਜਨਾਮਾ, ਤੇ ਪੰਜਾਬੀ 'ਚ ਉਹਨਾਂ ਨੇ 3 ਰਹਿਸਨਾਮੇ, 2 ਛੰਦਾਬੰਦੀ ਦੀ ਤੇ 1 ਵਾਰਤਕ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ, ਜਿਹੜੀ ਭਾਈ ਨੰਦ ਲਾਲ ਸਿੰਘ ਦੀਆਂ ਰਚਨਾ ਹੁੰਦੀਆਂ। ਸਿੱਖ ਵਿਚਾਰਵਾਨਾਂ ਦਾ ਇਹ ਮਤ ਹੈ ਕਿ ਗੁਰੂ ਨਾਲ ਸਿੱਖ ਦਾ ਸਨੇਹ ਪਿਆਰ ਕੈਸਾ ਹੋਣਾ ਚਾਹੀਦਾ ਹੈ, ਇਸ ਦੀ ਜਾਂਚ ਗੁਰੂ ਦੇ ਆਸ਼ਿਕ, ਮੈਂ ਲਫ਼ਜ਼ ਵਰਤ ਰਿਹਾ, ਗੁਰੂ ਦੇ ਆਸ਼ਿਕ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਤੋਂ ਬਿਨਾਂ ਹੋਰ ਕੋਈ ਸ਼ਾਇਦ ਨਹੀਂ ਦੱਸ ਸਕਦਾ। ਗੁਰੂ ਦੇ ਸਿੱਖ ਦਾ ਸੰਬੰਧ ਕਿਹੋ ਜਿਹਾ ਹੋਣਾ ਦਾ, ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ। ਜੋ ਅੱਖ ਦੀ ਗੱਲ ਕਰਦੇ ਨੇ ਤਾਂ ਕਮਾਲ ਦੀ ਗੱਲ ਕਰਦੇ ਆ ਵੀ ਮੇਰੀ ਤਾਂ ਹਰ ਅੱਖ ਵਿੱਚੋਂ ਤੇਰੀ ਨਜ਼ਰ ਕੋ ਚੱਲ ਰਹੀ ਹੈ। ਇਸ ਤਰ੍ਹਾਂ ਦੀਆਂ ਰਚਨਾਵਾਂ ਨੇ, ਪੜ੍ਹਨ ਦਾ ਕਮਾਲ ਦੀ ਆਨੰਦ ਵੀ ਬੜਾ ਆਉਂਦਾ ਜੇ ਥੋੜ੍ਹੀ ਬਹੁਤੀ ਸਮਝ ਆ ਜਾਏ। ਅੱਜ ਕੱਲ੍ਹ ਤਾਂ ਟੀਕੇ ਮਿਲ ਗਏ, ਸਾਡੇ ਕੋਲ ਡਿਕਸ਼ਨਰੀਆਂ ਮਿਲ ਗਈਆਂ ਜਿਨ੍ਹਾਂ ਤੋਂ ਅਸੀਂ ਲੈ ਕੇ ਹੈਲਪ ਲੈ ਕੇ ਚੀਜ਼ਾਂ ਪੜ੍ਹ ਸਕਦੇ ਹਾਂ। ਬਸ ਜੇ ਗੁਰੂ ਤੇ ਸਿੱਖ ਦਾ ਪਿਆਰ ਜਾਂ ਗੁਰੂ ਤੇ ਸਿੱਖ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤਾਂ ਇਹ ਰਚਨਾਵਾਂ ਭਾਈ ਨੰਦ ਲਾਲ ਸਿੰਘ ਜੀ ਦੀਆਂ ਪੜ੍ਹਨ ਤੋਂ ਬਿਨਾਂ ਸ਼ਾਇਦ ਇਹ ਕਹਿ ਲਈਏ ਕਿ ਗੁਰੂ ਤੇ ਸਿੱਖ ਦੇ ਪਿਆਰ ਦੀਆਂ ਰਮਜ਼ਾਂ ਜਿਹੜੀਆਂ ਹਨ, ਉਹ ਭਾਈ ਨੰਦ ਲਾਲ ਸਿੰਘ ਤੋਂ ਰਚਨਾ ਪੜ੍ਹਨ ਤੋਂ ਬਿਨਾਂ ਸ਼ਾਇਦ ਸਾਨੂੰ ਸਮਝ ਘੱਟ ਆਉਂਦੀਆਂ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਨ, ਪਰ ਸਿੱਖ ਦਾ ਪਿਆਰ ਗੁਰੂ ਨਾਲ ਕਿਹੋ ਜਿਹਾ ਹੋਵੇ, ਇਹਦੀਆਂ ਰਮਜ਼ਾਂ ਭਾਈ ਨੰਦ ਲਾਲ ਸਿੰਘ ਨੇ ਲਿਖੀਆਂ। ਇਹਨਾਂ 4 ਸਰੋਤਾਂ ਤੋਂ ਇਲਾਵਾ ਹੋਰ ਜਿਹੜੇ ਸਰੋਤ ਲੈ ਕੇ ਮੈਂ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ। ਇੱਕ ਜਨਮ ਸਾਖੀਆਂ ਆਉਂਦੀਆਂ, ਇਤਿਹਾਸ ਵਿੱਚ 4 ਜਨਮ ਸਾਖੀਆਂ ਪ੍ਰਸਿੱਧ ਨੇ। ਇੱਕ ਭਾਈ ਬਾਲੇ ਵਾਲੀ, ਇੱਕ ਭਾਈ ਮਿਹਰਬਾਨ ਵਾਲੀ, ਇੱਕ ਭਾਈ ਮਨੀ ਸਿੰਘ ਵਾਲੀ, ਇੱਕ ਮਕਾਲਫ ਦੀ ਵਿਲਾਇਤ ਵਾਲੀ ਪੁਰਾਤਨ ਜਨਮ ਸਾਖੀ, ਮਕਾਲਫ ਨੇ ਜਿਹੜੀ ਲਿਖੀ ਪੁਰਾਤਨ ਜਨਮ ਸਾਖੀ। ਇਹਨਾਂ ਸਾਰਿਆਂ ਵਿੱਚ ਮੁੱਖ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੀਵਨ ਲੀਲਾ ਬਾਇਓਗ੍ਰਾਫੀ ਦਾ ਵਰਣਨ ਹੈ, ਜਿਸ ਦੇ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੇ ਸਮੇਂ ਸਿੱਖਾਂ ਨੇ ਕਿਸ ਤਰ੍ਹਾਂ ਦੀ ਰਹਿਤ ਦ੍ਰਿੜ ਕੀਤੀ ਹੋਈ ਸੀ। ਹਾਲਾਂਕਿ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਕੋਈ ਉਦਾਹਰਨ ਨਹੀਂ ਬਣਦਾ, ਉਹ ਬਹੁਤ ਸਾਰੇ ਵਿਦਵਾਨ ਤਾਂ ਉਹਨੂੰ ਮੰਨਦੇ ਹੀ ਨਹੀਂ ਹੈ ਵੀ ਉਹ ਸਾਖੀ ਕੋਈ ਹੋਈ ਵੀ ਹੈ, ਪਰ ਜੋ ਵੀ ਹੈ, ਜੋ ਸਰੋਤ ਹਨ, ਜੋ ਮਿਲਦੇ ਹਨ ਥੋੜੇ ਬਹੁਤ, ਅਸੀਂ ਉੱਥੇ ਇਹ ਗੱਲ ਜੀ ਕਹਿ ਸਕਦੇ। ਫਿਰ ਅਗਰ ਸਿੱਖਾਂ ਦੀ ਭਗਤ ਮਾਲਾ, ਜਿਹੜੀ ਭਗਤ ਰਚਨਾਵਲੀ, ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ ਹੈ, ਜਿਸ ਵਿੱਚ ਪਹਿਲੇ 6 ਗੁਰੂ ਸਾਹਿਬਾਨ ਦੇ ਮੁਖੀ ਸਿੱਖਾਂ ਦੇ ਨਾਮ ਤੇ ਗੁਰੂ ਸਾਹਿਬਾਨ ਨਾਲ ਉਹਨਾਂ ਦੀ ਸੰਖੇਪ ਵਾਰਤਾਲਾਪ ਦਰਜ ਕੀਤੀ ਗਈ ਹੈ। ਕਿਹਾ ਜਾਂਦਾ ਹੈ ਕਿ ਇਸ ਗ੍ਰੰਥ ਦੇ ਕਰਤਾ ਵੀ ਭਾਈ ਮਨੀ ਸਿੰਘ ਜੀ ਹਨ। ਗਿਆਨ ਰਤਨਾਵਲੀ ਤੇ ਭਗਤ ਰਤਨਾਵਲੀ ਕਿਹਾ ਜਾਂਦਾ ਹੈ, ਪਰ ਇਹ ਗੱਲ ਕਨਫਰਮ ਨਹੀਂ ਹੈ। ਹਾਲਾਂਕਿ ਭਗਤ ਰਤਨਾਵਲੀ ਵਿੱਚ ਤੇ ਗਿਆਨ ਰਤਨਾਵਲੀ ਵਿੱਚ ਕੁਝ ਚੀਜ਼ਾਂ ਏਦੀਆਂ ਮਿਲਦੀਆਂ ਹਨ ਜਿਹੜੀਆਂ ਸਿਧਾਂਤਕ ਤੌਰ ਤੇ ਸਿੱਖ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ। ਇਸ ਵਾਸਤੇ ਇਹ ਮੰਨ ਲੈਣਾ ਵੀ ਸਾਰੀ ਰਚਨਾ ਭਾਈ ਮਨੀ ਸਿੰਘ ਜੀ ਦੀ ਹੋਏਗੀ, ਇਹ ਗੱਲ ਕੋਈ ਪੂਰੀ ਥੱਲੇ ਨੂੰ ਉਤਰਦੀ ਨਹੀਂ। ਕਾਰਨ ਕੀ ਹੈ? ਕਿਉਂਕਿ ਭਾਈ ਮਨੀ ਸਿੰਘ ਜੋ ਸ਼ਹਾਦਤ ਦੇਣ ਵਾਲੇ ਔਰ ਜਿਨ੍ਹਾਂ ਦਾ ਗੁਰੂ ਨਾਲ 7ਵੇਂ ਪਾਤਸ਼ਾਹ ਦਾ ਗੁਰੂ ਹਰਰਾਜ ਸਾਹਿਬ ਦੇ ਵੇਲੇ ਤੋਂ ਗੁਰੂ ਦੇ ਸ਼ਰਨ ਵਿੱਚ ਵਿਚਰਨ ਵਾਲੇ, ਸਿਧਾਂਤਕ ਤੌਰ ਤੇ ਕਦੀ ਗੁਰੂ ਦੇ ਸਿਧਾਂਤਾਂ ਦੇ ਖਿਲਾਫ ਨਹੀਂ ਲਿਖ ਸਕਦੇ। ਇਹ ਗੱਲ ਮੈਂ ਪੱਕੀ ਕਹਿ ਰਿਹਾ ਹਾਂ
क्योंकि एक गुरु की शरण विच पै के अपनी जिंदगी को कुर्बान करने वाला, बंद कटाने वाला शख्स कभी गुरु के विरोधी भावना नहीं रख सकता, और ना ही उस विचार के खिलाफ अपना कोई विचार पेश कर सकता। इस वास्ते कुछ रचनावां ਜਿਹੜੀਆਂ ਰਚਨਾਵਾਂ ਸਾਨੂੰ ਵਿਰੋਧੀ ਨਜ਼ਰ ਆਉਂਦੀਆਂ ਨੇ, ਉਹਨਾਂ ਦੇ ਵਿੱਚੋਂ ਸਾਨੂੰ ਇਸ ਭਾਂਵ ਲੈਣਾ ਚਾਹੀਦਾ ਹੈ। ਹੰਸ ਵਰਗੀ ਚੁੰਝ ਰੱਖਣੀ ਚਾਹੀਦੀ ਹੈ, ਦੁੱਧ ਤੇ ਪਾਣੀ ਨੂੰ ਵੱਖਰੇ ਕਰਨ ਵਾਲੀ। ਚੰਗੀ ਚੀਜ਼ ਆਪਣੇ ਕੋਲ, ਪੁਰਾਣੀ ਚੀਜ਼ ਛੱਡ ਦਿੱਤੀ ਜਾਏ। ਇਹ ਨਹੀਂ ਵੀ ਅਸੀਂ ਪੜ੍ਹਨਾ ਹੀ ਨਹੀਂ, ਪਰ ਹੋਏਗਾ ਤਾਂ ਜੇ ਸਾਡੇ ਕੋਲ ਹੰਸ ਵਰਗੀ ਚੁੰਝ ਹੋਏਗੀ, ਜਾਂ ਇਹ ਕਹਿ ਲਈਏ ਦੁੱਧ ਤੇ ਪਾਣੀ ਨੂੰ ਵੱਖਰੇ ਵੱਖਰੇ ਕਰਨ ਦੀ ਸਾਨੂੰ ਜਾਚ ਆਂਦੀ ਹੋਏਗੀ, ਜਾਂ ਮਰਿਆਦਾ ਸਾਡੀ ਹੋਏਗੀ। ਇਸ ਤੋਂ ਬਾਅਦ ਇੱਕ ਇਹ ਰਹਿਤ ਮਰਿਆਦਾ ਸੋਮਾ ਸਰਵਲੋਕ ਗ੍ਰੰਥ ਵੀ ਹੈ। पंडित तारा सिंह जी की खोज अनुसार सर्वलोक ग्रंथ पटना साहब के ग्रंथी भाई सुखा सिंह की रचना है। जबकि भाई साहब प्रगट करते हैं कि उन्होंने यह ग्रंथ जगन्नाथ की झिड़ी में रहने वाले उदासी तो मिलिया है। उन्होंने ये भी गल लिखी है। कलगीधर की रचना है, पर देवतियां दैंतां दे कल्पित युद्ध तो बाद कुछ कु पासे दे खालसा महिमा नाम की रचना जिन्हों मन्निया जा सकता है। अदरवाइज बाकी रचनावां जिहड़ियां हन ਇਹ ਸਰੋਤ ਜ਼ਰੂਰ ਲਿਆ ਗਿਆ ਉਹਦੇ ਵਿੱਚੋਂ, ਖਾਲਸਾ ਮਹਿਮਾ ਦੇ ਵਿੱਚੋਂ ਰਹਿਤ ਮਰਿਆਦਾ ਨੂੰ ਬਣਾਉਣ ਦੇ ਲਈ। ਜ਼ਿਕਰ ਤਾਂ ਕਰ ਰਿਹਾ ਹਾਂ ਕਿ ਰਹਿਤ ਮਰਿਆਦਾ ਦੇ ਸੋਮੇ ਕਿਹੜੇ ਹਨ, ਸਰੋਤ ਕਿਹੜੇ ਹਨ, ਕਿਹਦਾ ਨਾਲ ਸਾਡੀ ਰਹਿਤ ਮਰਿਆਦਾ ਕਿੱਥੋਂ ਕਿੱਥੋਂ ਲੈ ਕੇ ਪੰਥ ਦੇ ਉਹਨਾਂ ਵਿਦਵਾਨਾਂ ਨੇ ਕੀ ਕੁਛ ਕੀਤਾ ਹੋਏਗਾ। ਤੇ ਭਾਈ ਚੌਂਪਾ ਸਿੰਘ ਜੀ ਦਾ ਰਹਿਤਨਾਮਾ ਆਉਂਦਾ ਹੈ। ਭਾਈ ਚੌਂਪਾ ਸਿੰਘ ਜੀ ਜਿਹੜੇ ਇਹਨਾਂ ਦਾ ਰਹਿਤਨਾਮਾ ਬੁੱਧ ਵਿਵੇਕ ਦੇ ਨਾਮ ਤੇ ਮਿਲਦੀ ਹੈ, ਉਹਦੇ ਵਿੱਚ ਕੁਝ ਜ਼ਿਕਰ ਜਿਹੜੇ ਹਨ ਆਉਂਦੇ ਹਨ। ਪਰ ਇਹਦੇ ਵਿੱਚ ਵੀ ਸਮੇਂ ਦੇ ਕਹਿੰਦੇ ਗੇੜ ਦੇ ਨਾਲ ਵਿਪਰਵਾਦੀ ਵਾਧੇ ਘਾਟੇ ਇਸ ਗ੍ਰੰਥ ਤੋਂ, ਇਹ ਗ੍ਰੰਥ ਵੀ ਨਹੀਂ ਬਚੇ। ਇਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਨ, ਵਾਧੇ ਘਾਟੇ ਜਿਹੜੇ ਹੋਏ। ਇਹ ਭਾਈ ਪ੍ਰਹਲਾਦ ਸਿੰਘ ਦਾ ਰਹਿਤਨਾਮਾ। ਫਿਰ ਪ੍ਰੇਮ ਸਮਾਰਗ ਹੈ। ਪ੍ਰੇਮ ਸਮਾਰਗ ਦੇ ਆਰੰਭ ਵਿੱਚ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਵੀ ਉੱਤੇ ਪਾਤਸ਼ਾਹੀ 10ਵੀਂ ਲਿਖ ਦਿੱਤੀ, ਪਰ ਪਾਤਸ਼ਾਹੀ 10ਵੀਂ ਤਪ ਪ੍ਰਸਾਦ ਉੱਤੇ ਲਿਖਿਆ ਮਿਲਦਾ ਪ੍ਰੇਮ ਸਮਾਰਗ ਗ੍ਰੰਥ ਦੇ ਵਿੱਚ। ਇਹਨੂੰ ਦਸ਼ਮੇਸ਼ ਦੀ ਰਚਨਾ ਨੂੰ ਮੰਨ ਕੇ ਜ਼ਾਹਰ ਜਿਹਾ ਕੀਤਾ ਜਾ ਰਿਹਾ, ਪ੍ਰਗਟ ਕੀਤਾ ਜਾ ਰਿਹਾ। ਪਰ ਇਸ ਰਚਨਾ ਦੇ ਅੰਦਰਲੀ ਲਿਖਤ ਤੋਂ, ਅੰਦਰਲੇ ਸਬੂਤਾਂ ਤੋਂ ਇਹ ਗੱਲ ਸਾਬਤ ਨਹੀਂ ਹੁੰਦੀ ਕਿ ਰਚਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਹੈ। ਇਸ ਦੇ ਵਿੱਚ ਇਸ ਦੇ ਜਿਹੜਾ ਲੇਖਕ ਦਾ ਵੀ ਪਤਾ ਨਹੀਂ, ਇਹਦੇ ਕਾਲ ਦਾ ਵੀ ਪਤਾ ਨਹੀਂ, ਇਹ ਕਦੋਂ ਹੋਂਦ ਵਿੱਚ ਆਇਆ। ਸਿੱਖ ਦੇ ਜਨਮ ਤੋਂ ਲੈ ਕੇ ਦੇਹਾਂਤ ਤੱਕ ਦੇ ਜੀਵਨ ਦੇ ਹਰ ਪੱਖ ਦਾ ਰਹਿਤ ਦਾ ਜ਼ਿਕਰ ਹੈ, पर अजकल इस विच गैर सिद्धांतक बहुत कुछ लिखा हुआ मिलता है। प्रेम स्मारक ये चंगा भी है, काफ़ी गल्लां चंगियां भी मिलदियां ने। भाई कान सिंह नाभा जी ने कुछ उदाहरण प्रेम स्मारक विचों भी दित्तियां हन। जदों असीं पढ़दे हां भाई नाभा सिंह जी दे गुरमत मारतंड दे विच असीं पढ़दे हां, उन्हां दे थल्ले प्रेम स्मारक दे थल्ले लाइन मार के लिखिया प्रेम स्मारक अध्ययन इन्ना अध्याय इन्ना अध्याय इन्ना, कुछ उदाहरण दित्तियां हन जिहड़ियां चंगियां चीज़ां ने। फिर बेनती कर रहे हैं कि उन्होंने ग्रहण कर लेना चाहिए। फिर भाई देसा सिंह जी का रहतनामा है। ये भट्टवइयां के अनुसार भाई देसा सिंह जी मणि सिंह जी के सब तो छोटे सपुत्र सन। इन्होंने रहतनामा 18वीं सदी के अध के नेड़े लिखा मिलता है। फिर भाई दयाल सिंह जी का रहतनामा है। दयाल सिंह जी 50 प्यारिਆਂ ਦੇ ਵਿੱਚੋਂ मुखी सिख सन, जिन्हों ने सीस भेट करके अपना अमृतपान किया। इस तो बाद लगातार आप जी दशमेश की हजूरी में विचरते रहे। आप दे सिदक सियानप नूं मुख रखदे पातशाह जी ने जफरनामा दे के बादशाह औरंगजेब नूं मिलण लई भेजिया सी। आप जी का देहांत सन 1708 नूं होया मन्निया जांदा है। भाई साहब के रचित रहतनामे विच 5 ककारां दी रहत, बज्जर करैतां दा जिवें हलाल खाना, सिगरट पीना, धरूप भद्दन करना आदि की मनाही है। तो खालसा पंथ ने उन्हां दा जिक्र भी उहदे च रहत मर्यादा दे विच कीता है। जदों असीं रहत मर्यादा दी टर्मिनोलॉजी पढ़ांगे, शब्दावली पढ़ांगे तो ये शब्द भद्दण ते शब्द मिलणगे। ये शब्द जिहड़े ने भाई दयाल सिंह दे रहतनामे दे विचों ले गए हैं, जिहड़े सिख रहत मर्यादा अंदर दर्ज कीती। इस तो इलावा एक गुरशोभा ग्रंथ है। ये कवि सैनापत की रचना है, जो उन्होंने हजूरी कवि मन्निया जाता, जो 1711 में जाके ग्रंथ कहते तैयार होया। इस ग्रंथ विच कवि ने खालसा साजन तो कारण, गुरु साहब वालों मसंदां दा बाईकाट, खालसे की साधना और रहत बैत, फिर दिल्ली विच गैर अमृतधारियों वालों हड़ताल का काफ़ी वर्णन किया है। ये पहला इतिहासक ग्रंथ है जिस विच साहिबजादा जी के अमृतपान करन दा भी जिक्र है। इस महत्वपूर्ण रचना के वेदांतक रंग जिहड़े हन वो पता नहीं क्यों चढ़े या किवें चढ़ गए, ये सानूं कुछ बात जानकारी नहीं मिलती।
फिर रतनमाल है, महिमा प्रकाश ग्रंथ होता है। ये ग्रंथ ਸਰੂਪਦਾਸ ਭੱਲੇ ਦਾ ਹੈ। ਸਰੂਪਦਾਸ ਭੱਲੇ ਦਾ ਗ੍ਰੰਥ ਹੈ ਮਹਿਮਾ ਪ੍ਰਕਾਸ਼। ਇਸ ਵਿੱਚ ਮੁੱਖ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਚਰਿੱਤਰ ਲਿਖਣ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਦਾ ਇਤਿਹਾਸ ਵੀ ਸੰਖੇਪ ਵਿੱਚ ਦਰਜ ਕੀਤਾ ਗਿਆ। ਗੁਰੂ ਸਾਹਿਬਾਨ ਦੇ ਸਮੇਂ ਕਿਸ ਪ੍ਰਕਾਰ ਦੀ ਰਹਿਤ ਦ੍ਰਿੜ ਕਰਾਈ ਜਾਂਦੀ ਸੀ ਦਾ ਹਵਾਲਾ ਇਹਦੇ ਵਿੱਚ ਥੋੜਾ ਬਹੁਤਾ ਮਿਲਦਾ ਹੈ। ਸੋ ਪਰ ਤਕਲੀਫ ਇਹ ਹੈ ਵੀ ਇਸ ਗ੍ਰੰਥ ਦੇ ਵਿੱਚ ਵੀ ਲੇਖਕ ਨੇ ਮੌਲਿਕ ਸਿਧਾਂਤਾਂ ਨੂੰ ਕਈ ਵਾਰੀ ਬ੍ਰਾਹਮਣੀ ਰੰਗ ਵਿੱਚ ਰੰਗ ਦਿੱਤਾ ਹੈ, ਕਈ ਵਾਰੀ ਬ੍ਰਾਹਮਣੀ ਰੰਗ ਵਿੱਚ ਰੰਗ ਦਿੱਤਾ ਹੈ। ਪਰ ਮਹਿਮਾ ਪ੍ਰਕਾਸ਼ ਵਿੱਚੋਂ ਜਿਹੜੇ ਸਰੋਤ ਖਾਲਸਾ ਰਹਿਤ ਦੇ ਮਿਲਦੇ ਹਨ, ਉਹਨਾਂ ਦੇ ਹਵਾਲੇ ਇਸ ਰਹਿਤ ਮਰਿਆਦਾ ਵਿੱਚੋਂ ਵੀ ਸਾਨੂੰ ਦੇਖਣ ਨੂੰ ਮਿਲਦੇ ਹਨ। ਉਸ ਤੋਂ ਬਾਅਦ ਗੁਰਬਿਲਾਸ ਆਉਂਦਾ ਹੈ। ਇਹ ਨਾਂ ਦੇ 3 ਗ੍ਰੰਥ ਹਨ। ਇੱਕ 6ਵੇਂ ਸਤਿਗੁਰਾਂ ਦਾ ਇਤਿਹਾਸ, ਦੂਜੇ ਤੇ ਤੀਜੇ ਜਦ ਕਿ ਦੂਜੇ ਤੇ ਤੀਜੇ ਵਿੱਚ 10ਵੇਂ ਸਤਿਗੁਰਾਂ ਦਾ ਇਤਿਹਾਸ। ਪਹਿਲੇ ਵਿੱਚ 6ਵੇਂ ਪਾਤਸ਼ਾਹ ਗੁਰਬਿਲਾਸ ਪਾਤਸ਼ਾਹ ਜੀ ਦਾ ਰੌਲਾ ਬੜਾ ਪਿਆ, ਆਪ ਜੀ ਨੇ ਸੁਣਿਆ ਹੋਵੇਗਾ, ਜਿਸ ਬੜੀਆਂ ਸਿੱਖੀ ਸਿਧਾਂਤਾਂ ਦੇ ਵਿਰੁੱਧ ਗੱਲਾਂ ਸੀ। ਆਪ ਜੀ ਨੇ ਪਿੱਛੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਵੀ ਇਹਦੇ ਬਾਰੇ ਕਾਫੀ ਲੋੜਾ ਚੋਲਾ ਜਿਹਾ ਹੁੰਦਾ ਰਿਹਾ। ਇਹਦਾ ਕਵੀ ਕੋਈ ਨਹੀਂ, ਇਹਦਾ ਗੁੰਮਨਾਮ ਕਵੀ ਹੈ ਮੰਨਿਆ ਜਾਂਦਾ। 1718 ਦੇ ਵਿੱਚ ਕਹਿੰਦੇ ਨੇ ਇਹਦੀ ਰਚਨਾ ਹੋਈ ਹੈ ਇਸ ਗ੍ਰੰਥ ਦੀ। ਤੇ ਕਵੀ ਜੀ ਲਿਖਦੇ ਆ, ਪਹਿਲਾਂ ਉਹਨਾਂ ਨੇ 6ਵੇਂ ਤੇ ਸਤਿਗੁਰਾਂ ਦੇ ਇਤਿਹਾਸ ਦੀ ਜਾਣਕਾਰੀ, ਉਹਨਾਂ ਦੀ ਵਿਦਿਆ ਵੀ ਉਹਨਾਂ ਨੇ ਧਰਮ ਸਿੰਘ ਜੀ ਤੋਂ ਪ੍ਰਾਪਤ ਕੀਤੀ, ਭਾਈ ਭਗਤ ਸਿੰਘ ਦੇ ਨਾਲ ਰਲ ਕੇ ਭਾਈ ਮਨੀ ਸਿੰਘ ਜੀ ਤੋਂ ਸੁਣਿਆ। ਕਈ ਕੁਛ ਉਹਨਾਂ ਨੇ ਇੱਥੇ ਲਿਖਿਆ, ਮੈਨੂੰ ਬਹੁਤੀ ਜਾਣਕਾਰੀ ਜਾਂ ਬਹੁਤਾ ਵਿਸਥਾਰ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ। ਫਿਰ ਵੀ ਇਹ ਗ੍ਰੰਥ ਵੀ ਵਿੱਚੋਂ ਵੀ ਕੁਝ ਹਵਾਲੇ ਜਿਹੜੇ ਹਮਰਾਤ ਮਰਿਆਦਾ ਦੇ ਵਿੱਚ ਲੈ ਗਏ ਹਨ। ਗੁਰਪ੍ਰਤਾਪ ਸੂਰਜ ਹੈ, ਜੋ ਕਵੀ ਸੰਤੋਖ ਸਿੰਘ ਦਾ ਲਿਖਿਆ ਇੱਕ ਮਹਾਕਾਵ ਹੈ। ਇਹ 'ਚ 10 ਪਾਤਸ਼ਾਹਾਂ ਦਾ ਇਤਿਹਾਸ ਬੜੇ ਵਿਸਥਾਰ ਤੇ ਸ਼ਰਧਾ ਨਾਲ ਲਿਖਿਆ ਗਿਆ। ਜਿਨ੍ਹਾਂ ਗੁਰਸਥਾਨਾਂ ਤੇ ਅੱਜ ਵੀ ਇਤਿਹਾਸ ਦੀ ਕਥਾ ਹੁੰਦੀ ਹੈ, ਉੱਥੇ ਸ਼ਾਮ ਨੂੰ ਆਮ ਤੌਰ ਤੇ ਤੁਸੀਂ ਦੇਖਿਆ ਹੋਏਗਾ ਕਿ ਇਸ ਗ੍ਰੰਥ ਦੇ ਵਿੱਚੋਂ ਹੀ ਉਸ ਕਥਾ ਜਿਹੜੀ ਆ ਕੀਤੀ ਜਾਂਦੀ ਹੈ। ਇਸ ਗ੍ਰੰਥ ਤੋਂ ਇੱਕ ਗੱਲ ਤਾਂ ਪ੍ਰਗਟ ਹੁੰਦੀ ਹੈ ਕਿ ਇਹਨਾਂ ਦੇ ਕੋਲ ਜਨਮ ਸਾਖੀ ਭਾਈ ਰਤਨਮਾਲ, 100 ਸਾਖੀ ਜਾਂ ਹੋਰ ਚੀਜ਼ਾਂ ਗ੍ਰੰਥ ਇਹਨਾਂ ਕੋਲ ਸੀ। ਇਹ ਬਿਨਾਂ ਸ਼ੱਕ ਭਾਈ ਸਾਹਿਬ ਨੇ ਸਿੱਖਾਂ ਨੂੰ ਉਸ ਸਮੇਂ ਗੁਰਦੁਆਰਿਆਂ ਵਿੱਚ ਜਿਹੜੀ ਰਮਾਇਣ ਦੀ ਕਥਾ ਵੀ ਹੋਣੀ ਸ਼ੁਰੂ ਹੋ ਗਈ ਸੀ ਮਹੰਤਾਂ ਉਦਾਸੀਆਂ ਦੇ ਵੇਲੇ, ਉਹਨਾਂ ਤੋਂ ਤਾਂ ਛੁਡਾ ਲਿਆ, ਪਰ ਬ੍ਰਾਹਮਣਵਾਦ ਤੋਂ ਇਹ ਨਹੀਂ ਛੁਡਾ ਸਕੇ। ਇਹ ਗ੍ਰੰਥ ਵਿੱਚ ਵੀ ਬ੍ਰਾਹਮਣਵਾਦ ਦਾ ਬਹੁਤ ਸਾਰਾ ਪ੍ਰਭਾਵ ਸੀ ਜਿਹੜਾ ਪਿਆ, ਕਿਉਂਕਿ ਇਹਦੇ ਲਿਖਣ ਦੇ ਪਿੱਛੇ ਰਾਜਸਥਾਨ ਵਿੱਚ ਲਿਖਿਆ ਗਿਆ ਤੇ ਉੱਥੋਂ ਦੇ ਰਾਜੇ ਦਾ ਪ੍ਰਭਾਵ ਜਿਹੜਾ ਸੀ ਉਹ ਉਹਦੇ ਚ ਪਾਇਆ ਗਿਆ। ਬਹੁਤ ਸਾਰੇ ਰੀਤੀ ਰਿਵਾਜ ਜਿਹੜੇ ਹਨ ਇਹੋ ਜਿਹੇ ਹਨ ਜਿਹੜੇ ਇਸ ਗ੍ਰੰਥ ਵਿੱਚ ਵੀ ਸਿੱਖ ਮਰਿਆਦਾ ਦੇ ਨਾਲ ਮੇਲ ਨਹੀਂ ਖਾਂਦੇ। ਉਸ ਤੋਂ ਬਾਅਦ ਸ਼੍ਰੀ ਗੁਰੂ ਪੰਥ ਪ੍ਰਕਾਸ਼, ਸਰਦਾਰ ਕਰਮ ਸਿੰਘ ਹਿਸਟੋਰੀਅਨ ਅਨੁਸਾਰ ਸਹੀ ਅਰਥਾਂ ਵਿੱਚ ਇਹ ਪਹਿਲਾ ਗ੍ਰੰਥ ਹੈ ਜਿਸ ਤੋਂ ਬਿਨਾਂ ਸੂਰਬੀਰ ਸਿੱਖਾਂ ਦੇ ਇਤਿਹਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਨੇ ਕਿ ਸ਼੍ਰੀ ਗੁਰੂ ਪੰਥ ਪ੍ਰਕਾਸ਼ ਇੱਕ ਪਹਿਲਾ ਗ੍ਰੰਥ ਹੈ ਜਿਸ ਤੋਂ ਬਿਨਾਂ ਸਿੱਖ ਸੂਰਬੀਰਾਂ ਦੇ ਸਿੱਖ ਇਤਿਹਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਗ੍ਰੰਥ ਦੇ ਲੇਖਕ ਰਤਨ ਸਿੰਘ ਭੰਗੂ ਹਨ ਤੇ ਇਹ ਭੜੀ ਦੇ ਰਹਿਣ ਵਾਲੇ ਸੀ। ਭੜੀ ਕੋਈ ਜਗ੍ਹਾ ਮੈਨੂੰ ਪੂਰਾ ਪਤਾ ਨਹੀਂ ਹੈ। ਤੇ ਦੂਜੇ ਹਾਂ ਇਹ ਕਹਿ ਸਕਦਾ ਕਿ ਸਰਦਾਰ ਮਹਿਤਾਬ ਸਿੰਘ ਜੀ, ਜਿਹੜੇ ਸੁੱਖਾ ਸਿੰਘ ਮਹਿਤਾਬ ਸਿੰਘ ਦਾ ਨਾਂ ਸੀ ਸੁਣਦੇ ਆ, ਜਿਹੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਏ ਸੀ, ਉਹਨਾਂ ਦੇ ਪੋਤਰੇ ਸਨ। ਤੇ ਰਾਏ ਸਿੰਘ ਦੇ ਪੁੱਤਰ ਤੇ ਇਹ ਕਹਿ ਲਈਏ ਸਰਦਾਰ ਸ਼ਾਮ ਸਿੰਘ ਕਰੋੜੀਏ ਦੇ ਦੋਹਤਰੇ ਸਨ ਇਹ ਜਿਹੜੇ ਰਤਨ ਸਿੰਘ ਭੰਗੂ। ਇਹ ਗ੍ਰੰਥ 1841 ਨੂੰ ਕਵਿਤਾ ਦੇ ਵਿੱਚ ਲਿਖਿਆ ਗਿਆ। ਇਸ ਗ੍ਰੰਥ ਦੇ ਬਹੁਤ ਸਾਰੇ ਹਵਾਲੇ ਜਿਹੜੇ ਹਨ ਉਹ ਸਾਨੂੰ ਮਿਲਦੇ ਹਨ। ਇਸ ਤੋਂ ਇਲਾਵਾ ਰਹਿਤ ਮਰਿਆਦਾ ਸਰੋਤ ਹੁਕਮਨਾਮੇ, ਦੋ ਚਿੱਠੀਆਂ ਜਾਂ ਪੱਤਰ ਗੁਰੂ ਸਾਹਿਬਾਨ ਆਪਣੀਆਂ ਸੰਗਤਾਂ ਨੂੰ ਦੂਰ ਦਰਾਡੇ ਲਿਖਿਆ ਕਰਦੇ ਸਨ। ਸਿੱਖ ਪਰੰਪਰਾਵਾਂ ਵਿੱਚ ਉਹਨੂੰ ਹੁਕਮਨਾਮੇ ਕਿਹਾ ਜਾਂਦਾ। ਹੁਣ ਮੈਂ ਇੱਕ ਨਾਲ ਵੈਸੇ ਇਹਦੇ ਨਾਲ ਰਿਲੇਟਡ ਗੱਲ ਨਹੀਂ ਹੈ, ਲੇਕਿਨ ਥੋੜੀ ਜਿਹੀ ਸਪਸ਼ਟ ਕਰ ਦਿਆਂ ਵੀ ਹੁਕਮਨਾਮੇ ਤੇ ਹੁਕਮ ਵਿੱਚ ਫਰਕ ਹੁੰਦਾ ਹੈ। ਉਹ ਅਸੀਂ ਜਦੋਂ ਹੁਕਮ ਲੈਣਾ ਗੱਲ ਆਏਗਾ ਸਿੱਖ ਰਹਿਤ ਮਰਿਆਦਾ ਵਿੱਚ, ਉਦੋਂ ਜਾ ਕੇ ਵੀ ਵਿਸਤਾਰ ਨਾਲ ਜਾਣਕਾਰੀ ਅੱਗੇ ਕਰਾਂਗੇ ਵੀ ਹੁਕਮਨਾਮੇ ਤੇ ਹੁਕਮ ਵਿੱਚ ਕੀ ਫਰਕ ਹੈ। ਅੱਜ ਸਿਰਫ ਇੰਨੀ ਗੱਲ ਹੀ ਕਰ ਰਿਹਾ ਕਿ ਇਹ ਗ੍ਰੰਥ ਜੋ ਹੁਕਮਨਾਮਿਆਂ ਦਾ ਮੁੱਖ ਉਦੇਸ਼ ਪ੍ਰਚਾਰ ਲਈ ਹਦਾਇਤਾਂ, ਗੁਰੂ ਦੇ ਲੰਗਰ ਲਈ ਕਾਰ ਭੇਟ ਕਰਨੀ, ਸੰਗਤਾਂ ਨੂੰ ਇਤਲਾਹ ਦੇਣੀ, ਮਸੰਦਾਂ ਦੀ ਪ੍ਰਥਾ ਬੰਦ ਕੀਤੇ ਜਾਣ ਦਾ ਜ਼ਿਕਰ, ਇਹ ਸਾਰਾ ਕੁਛ ਮਿਲਦਾ ਹੈ। ਗੁਰੂ ਸਾਹਿਬ ਜੀ ਦੇ ਦਸਖਤ ਵੀ ਹੁਕਮਨਾਮੇ ਤੇ ਮਿਲਦੇ ਹਨ ਤੇ ਉਹ ਹੁਕਮਨਾਮੇ ਵੀ ਸਿੱਖ ਰਹਿਤ ਮਰਿਆਦਾ ਦੇ ਅਹਿਮ ਸਰੋਤ ਹਨ। ਫਿਰ ਇੱਕ ਗੁਰਮਤਿ ਪ੍ਰਕਾਸ਼ ਭਾਗ ਸੰਸਕਾਰ, ਜਿਹਦਾ ਜ਼ਿਕਰ ਮੈਂ ਪਹਿਲਾਂ ਵੀ ਕੀਤਾ।
ਇਹ ਮਹੱਤਵਪੂਰਨ ਦਸਤਾਵੇਜ਼ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਮਾਰਚ 1915 ਈਸਵੀ ਵਿੱਚ ਛਾਪ ਕੇ ਵੰਡਿਆ ਗਿਆ। ਇਸ ਦੀ ਤਿਆਰੀ ਲਗਭਗ 4.5 ਸਾਲ ਦਾ ਸਮਾਂ ਲੱਗਾ। ਪਹਿਲੀ ਵਾਰ ਜੂਨ 1912 ਵਿੱਚ ਖਰੜਾ ਖਾਲਸਾ ਸਮਾਚਾਰ ਵੀ ਛਾਪਿਆ ਗਿਆ, ਜਿਸ ਤੇ 27 ਜੱਥਿਆਂ ਤੇ 105 ਸੱਜਣਾਂ ਦੀਆਂ ਰਾਵਾਂ ਆਈਆਂ। ਦੂਜੀ ਵਾਰੀ 1913 ਈਸਵੀ ਨੂੰ ਸੋਧਿਆ ਗਿਆ। ਖਰੜਾ ਫਿਰ ਖਾਲਸਾ ਸਮਾਚਾਰ ਵੀ ਛਾਪਿਆ ਗਿਆ। ਇਸ ਤੇ 26 ਜੱਥਿਆਂ ਤੇ 80 ਸੱਜਣਾਂ ਦੇ ਫਿਰ ਦੁਬਾਰਾ ਰਾਵਾਂ ਆਈਆਂ। 18 ਅਕਤੂਬਰ 1914 ਨੂੰ ਚੀਫ ਖਾਲਸਾ ਦੀਵਾਨ ਦੀ ਜਨਰਲ ਕਮੇਟੀ ਨੇ ਲੰਮੀਆਂ ਵਿਚਾਰਾਂ ਤੋਂ ਬਾਅਦ ਸਰਬਸੰਮਤੀ ਨਾਲ ਇਸ ਖਰੜੇ ਨੂੰ ਪਾਸ ਕਰ। ਇਹ ਖਰੜਾ ਹੀ ਕਹਿ ਸਕਦੇ ਹਾਂ ਅਸੀਂ ਕਿ ਸਿੱਖ ਰਹਿਤ ਮਰਿਆਦਾ ਦਾ ਇਤਿਹਾਸ ਜਿਹੜਾ ਹੈ ਉਹ ਬਣਿਆ ਹੈ। ਇਹ ਕੁਝ ਬੇਸਿਕ ਚੀਜ਼ਾਂ ਸਨ ਜਿਹੜੀਆਂ ਸਿੱਖ ਰਹਿਤ ਮਰਿਆਦਾ ਨੂੰ ਬਣਾਉਣ ਦੇ ਵਿੱਚ ਸਰੋਤ ਕਿਹੜੇ ਸਨ, ਕਿਵੇਂ ਆਏ, ਕਿਵੇਂ ਹੈ। ਹੁਣ ਅੱਗੋਂ ਸਿੱਖ ਰਹਿਤ ਮਰਿਆਦਾ ਦੀ ਵਿਆਖਿਆ ਅਸੀਂ ਕੱਲ੍ਹ ਦੀ ਕਲਾਸ ਤੋਂ ਸ਼ੁਰੂ ਕਰਾਂਗੇ। ਅੱਜ ਦੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਾਮੀਆਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ, ਕਿਉਂਕਿ ਜੋ ਲਿਖੇ ਹੋਏ ਸਰੋਤ ਹਨ ਮੈਂ ਉਹਨਾਂ ਦੇ ਹਵਾਲੇ ਹੀ ਆਪ ਦੇ ਨਾਲ ਜ਼ਿਕਰ ਕੀਤੇ ਹਨ। ਇਹਦੇ ਵਿੱਚ ਮੇਰੀ ਆਪਣੀ ਕੋਈ ਮਤ ਨਹੀਂ ਹੈ, ਨਾ ਹੀ ਕੋਈ ਮੇਰੀ ਇੰਨੀ ਕੋਈ ਖੋਜ ਹੈ ਵੀ ਜਿਹੜੀ ਮੈਂ ਇੰਨੀ ਖੋਜ ਕਰ ਸਕਾਂ। ਮੈਂ ਤਾਂ ਸਿਰਫ ਜੋ ਸਰੋਤ ਮਿਲਦੇ ਹਨ ਉਹਨਾਂ ਨੂੰ ਇਕੱਠਾ ਕਰਕੇ ਤੁਹਾਡੇ ਨਾਲ ਸਾਂਝਾ ਕਰਨ ਦਾ ਇੱਕ ਛੋਟਾ ਜਿਹਾ ਯਤਨ ਕੀਤਾ ਹੈ। 3 ਲੈਕਚਰਾਂ ਵਿੱਚ ਆਪਾਂ ਸਿਰਫ ਸਿੱਖ ਰਹਿਤ ਮਰਿਆਦਾ ਦਾ ਇਤਿਹਾਸ ਹੀ ਇਹ ਵਰਣਨ ਕੀਤਾ ਹੈ। ਫਿਰ ਅਸੀਂ ਕੱਲ੍ਹ ਤੋਂ ਇਹਦੀ ਅੰਦਰਲੀ ਖਾਲਸਾ ਰਹਿਤ ਮਰਿਆਦਾ ਦੀ ਅੰਦਰਲੀ ਤਰਤੀਬ ਕੀ ਹੈ ਉਹਦੀ ਅੱਜ ਕੱਲ੍ਹ ਅਸੀਂ ਵਿਚਾਰਾਂ ਕਰਾਂਗੇ ਜੀ। ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ। ਸਾਰਿਆਂ ਨੂੰ ਬੇਨਤੀ ਕਰਦਾ ਹਾਂ ਪਿਆਰ ਸਤਿ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ